ਮਹੱਲਾ ਪੰਜਵਾ। ਹਰਿ ਕੈ ਭਜਨ ਕੌਣ ਕੌਣ ਨਾ ਤਾਰੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਮਲਾਰ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਜੀ ਦੀ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਹੋਇਆ ਹੈ। ਇਸ ਸ਼ਬਦ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਆਰੰਭ ਕਰ ਰਹੇ ਨੇ। ਹਰਿ ਕੈ ਭਜਨ ਕੌਣ ਕੌਣ ਨਾ ਤਾਰੇ। ਇਹ ਜਿਹੜਾ ਸ਼ਬਦ ਹੈ ਇਹ ਕਹਿ ਲਓ ਬਹੁਤ ਹੀ ਨਿਸ਼ਚੇਵਾਚਕ ਸ਼ਬਦ ਹੈ। ਜਿਵੇਂ ਕਿਸੇ ਗੱਲ ਦੀ ਬਹੁਤ ਵੱਡੀ ਤਸੱਲੀ ਦੇਣੀ ਔਰ ਯਕੀਨ ਨਾਲ ਗੱਲ ਨੂੰ ਕਹਿਣਾ ਅਤੇ ਆਪਣੀ ਗੱਲ ਨੂੰ ਦ੍ਰਿੜ ਕਰਨ ਦੇ ਲਈ ਕਈ ਸਾਰੀਆਂ ਉਦਾਹਰਨਾਂ ਵੀ ਦੇ ਦੇਣੀਆਂ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਸ਼ਬਦ ਦੀ ਆਰੰਭਤਾ ਵਿੱਚ ਜਿਹੜੀ ਪੰਕਤੀ ਉਚਾਰਨ ਕੀਤੀ ਉਹਦੇ ਵਿੱਚ ਕੀ ਕਹਿੰਦੇ ਆ? ਹਰਿ ਕੈ ਭਜਨ ਕੌਣ ਕੌਣ ਨਾ ਤਾਰੇ। ਤਾਰੇ ਜਾਣੀ ਮੁਕਤ ਕੀਤੇ, ਮੋਕਸ਼ ਦੀ ਪ੍ਰਾਪਤੀ ਜਿਨ੍ਹਾਂ ਨੂੰ ਹੋਈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਇਹ ਦੱਸੋ ਹਰੀ ਦੇ ਭਜਨ ਦੇ ਨਾਲ ਕੌਣ ਕੌਣ ਨਹੀਂ ਤਰਿਆ। ਸਿਮਰਨ ਦੇ ਨਾਲ, ਬੰਦਗੀ ਦੇ ਨਾਲ, ਹਰੀ ਵਾਹਿਗੁਰੂ ਜੀ ਦੇ ਭਜਨ ਦੇ ਨਾਲ, ਉਹਨੂੰ ਭਜੀਏ, ਉਹਨੂੰ ਜਪੀਏ, ਉਹਦੇ ਜਪ ਦੇ ਨਾਲ ਕੌਣ ਕੌਣ ਨਹੀਂ ਤਰਿਆ। ਗੁਰੂ ਜੀ ਨੇ ਸਵਾਲ ਵੀ ਕੀਤਾ ਇੱਕ ਤਰ੍ਹਾਂ ਦਾ। ਇਹ ਗੱਲ ਕਹਿਣ ਦਾ ਕਾਰਨ ਇਹ ਹੈ ਕਿਉਂਕਿ ਮੋਕਸ਼ ਪ੍ਰਾਪਤੀ ਦੇ ਲਈ ਵੱਖ ਵੱਖ ਮਤ ਮਤਾਂਤਰਾਂ ਨੇ ਮੋਕਸ਼ ਦੀਆਂ ਬੜੀਆਂ ਵਿਧੀਆਂ ਦੱਸੀਆਂ ਨੇ। ਕੋਈ ਕਹਿੰਦਾ ਵੀ ਚੰਗੇ ਕਰਮਾਂ ਦੇ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਕੋਈ ਕਹਿੰਦਾ ਵੇਦਾਂਤ ਮਤ ਦੇ ਸੂਤਰਾਂ ਦੇ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਕੋਈ ਕਹਿੰਦਾ ਹੈ ਪੂਰਨ ਆਚਾਰੀਆ ਦੇ ਕੋਲੋਂ ਵੇਦ ਦੇ ਜੋ ਮਹਾਵਾਕੇ ਹਨ ਉਹਨਾਂ ਨੂੰ ਜਦੋਂ ਸਰਵਣਾਂ ਦੇ ਨਾਲ ਸੁਣਦੇ ਹਾਂ ਉਦੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਪਰ ਕੀ ਜੋ ਕੁਝ ਕਰਮਾਂ, ਸ਼ੁਭ ਕਰਮਾਂ ਨੂੰ ਕਰਨ ਦੀ ਜਿਹੜੀ ਗੱਲ ਹੈ ਜਾਂ ਗਿਆਨ ਪ੍ਰਾਪਤੀ ਦੀ ਜਿਹੜੀ ਗੱਲ ਹੈ, ਵੇਦਾਂ ਦੀਆਂ ਸੁਰਤੀਆਂ ਨੂੰ ਕੰਨਾਂ ਨਾਲ ਜਿਹੜੀ ਸੁਣਨ ਦੀ ਗੱਲ ਹੈ, ਕੀ ਉਹ ਹਰੇਕ ਬੰਦੇ ਦੇ ਲਈ ਸੰਭਵ ਹੈ? ਪ੍ਰਾਣੀ ਦੇ ਲਈ ਬੰਦਾ ਨਹੀਂ ਤੇ ਕੀ ਪਸ਼ੂ ਪਕਸ਼ੀਆਂ ਤੱਕ ਉਹ ਵਿਧੀ ਪਹੁੰਚ ਸਕਦੀ ਹੈ? ਤੇ ਗੱਲ ਆਏਗੀ ਨਹੀਂ ਜੀ, ਪਸ਼ੂਆਂ ਦੇ ਵੱਸ ਦੀ ਗੱਲ ਕਿੱਥੇ ਕਿ ਵੇਦ ਦੀਆਂ ਗਿਆਨ ਕਾਂਡ ਦੀਆਂ ਬਹੁਤ ਗਹਿਰੀਆਂ ਗਹਿਰੀਆਂ ਜਿਹੜੀਆਂ ਸੁਰਤੀਆਂ ਨੇ ਉਹਨਾਂ ਨੂੰ ਸਮਝ ਸਕੇ। ਇਹ ਤਾਂ ਬਹੁਤ ਵੱਡੇ ਵਿਦਵਾਨ, ਪ੍ਰਕਾਂਡ ਪ੍ਰਚੰਡ ਵਿਦਵਾਨ ਦੇ ਹਿੱਸੇ ਆਉਂਦੀਆਂ ਨੇ। ਅਤੇ ਜਿਹੜੀਆਂ ਕਰਮਾਂ ਨੂੰ, ਸ਼ੁਭ ਕਰਮਾਂ ਨੂੰ ਕਰਨ ਦੀਆਂ, ਉਹ ਵੀ ਤਾਂ ਕਿਸੇ ਗਿਆਨੀ ਨੂੰ ਪਤਾ। ਕਰਮ ਵੀ ਫਿਰ ਜਦੋਂ ਕਿਤੇ ਜਾ ਕੇ ਕਰਮ ਕਰਦਿਆਂ ਕਰਦਿਆਂ ਨਿਸ਼ਕਾਮ ਕਰਮ, ਉਹ ਵੀ ਕਰਮ ਵੀ ਕੋਈ ਆਮ ਨਹੀਂ, ਨਿਸ਼ਕਾਮ ਕਰਮ ਕਰਦਿਆਂ ਕਰਦਿਆਂ ਜਦੋਂ ਕਰਮ ਬਰਾਬਰ ਹੋ ਜਾਣ, ਕਰਮਾਂ ਦੀ ਜਿਹੜਾ ਹਿਸਾਬ ਕਿਤਾਬ ਹੈ ਹੋ ਜਾਏ, ਫਿਰ ਕਿਤੇ ਜਾ ਕੇ ਮੋਕਸ਼ ਦੀ ਪ੍ਰਾਪਤੀ। ਫਿਰ ਸੌਖਾ ਅਤੇ ਸਿੱਧਾ ਰਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਸਿਮਰਨ ਨਹੀਂ ਕੀਤਾ ਜਾਂਦਾ। ਜਿਹੜਾ ਸਿਮਰਨ ਇਹ ਸ਼ੌਰ ਹੈ, ਪੱਕਾ ਹੀ ਹੈ ਵੀ ਸਿਮਰਨ ਨਾਲ ਪਾਰ ਉਤਾਰਾ ਹੋਣਾ ਹੀ ਹੋਣਾ, ਦੂਜੇ ਕੰਮ ਨਾਲ ਕਿਸੇ ਨਾਲ ਹੋਵੇ ਨਾ ਹੋਵੇ। ਹੁਣ ਉਦਾਹਰਨ ਦੇ ਰਹੇ ਨੇ, ਹਰਿ ਕੈ ਭਜਨ ਕੌਣ ਕੌਣ ਨਾ ਤਾਰੇ। ਵਾਹਿਗੁਰੂ ਜੀ ਦੇ ਸਿਮਰਨ ਨਾਲ ਭਾਈ ਕੌਣ ਕੌਣ ਨਹੀਂ ਤਰਿਆ। ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਸਿਮਰਨ ਨਾਲ ਕੌਣ ਕੌਣ ਤੋਂ ਭਾਵ
ਇਹ ਬੰਦਿਆਂ ਦਾ ਨਾਂ ਲੈ ਰਹੇ ਜਾਂ ਇਹਦੇ ਵਿੱਚ ਕੋਈ ਹੋਰ ਜਾਤੀਆਂ ਪ੍ਰਜਾਤੀਆਂ ਦੀ ਵੀ ਗੱਲ ਕਰ ਰਹੇ? ਗੁਰੂ ਜੀ ਕਹਿੰਦੇ ਕੌਣ ਕੌਣ ਦਾ ਮਤਲਬ ਇਕੱਲੇ ਬੰਦਿਆਂ ਦੇ ਹਿਸਾਬ ਨਾਲ ਨਹੀਂ ਮੈਂ ਕਹਿ ਰਿਹਾ ਵੀ ਕਿਹੜਾ ਕਿਹੜਾ ਬੰਦਾ ਨਹੀਂ ਤਰਿਆ। ਕੌਣ ਕੌਣ ਦੇ ਵਿੱਚ ਆ ਕਾਇਨਾਤ ਦੇ ਅੰਦਰ ਸ੍ਰਿਸ਼ਟੀ ਦੇ ਵਿੱਚ ਵੱਖੋ ਵੱਖਰੀਆਂ ਜਾਤੀਆਂ ਪ੍ਰਜਾਤੀਆਂ ਦੀ ਵੀ ਗੱਲ ਕਰ ਰਹੇ ਹਾਂ। ਸਿੱਖ ਕਹਿੰਦੇ ਮਹਾਰਾਜ ਫਿਰ ਕੌਣ ਕੌਣ ਤਰੇ ਕਿਰਪਾ ਕਰਕੇ ਦੱਸ ਦਿਓ। ਫਿਰ ਹੁਣ ਗੁਰੂ ਜੀ ਨੇ ਅਗਲੀ ਪੰਕਤੀ ਵਿੱਚ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ, ਔਰ ਜਿਨ੍ਹਾਂ ਦਾ ਜ਼ਿਕਰ ਕੀਤਾ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਬਹੁਤ ਮਸ਼ਹੂਰ ਨੇ, ਜਿਨ੍ਹਾਂ ਦਾ ਉਦਾਰ ਹੋਇਆ ਪੁਰਾਤਨ ਯੁੱਗਾਂ ਦੇ, ਪੁਰਾਤਨ ਸਾਹਿਤ ਦੇ, ਪੁਰਾਣਾਂ ਦੇ ਔਰ ਲੌਕਿਕ ਪ੍ਰਮਾਣਾਂ ਦੇ ਵਿੱਚ ਜਿਨ੍ਹਾਂ ਦੀਆਂ ਗੱਲਾਂ ਸਿੱਧ ਸਨ, ਉਹਨਾਂ ਦਾ ਗੁਰੂ ਜੀ ਨੇ ਇੱਥੇ ਸਾਧ ਸੰਗਤ ਜੀਓ ਪ੍ਰਮਾਣ ਦਿੱਤਾ ਹੈ। ਕੀ ਕਹਿੰਦੇ? ਖਗ ਤਨ, ਮੀਨ ਤਨ, ਮ੍ਰਿਗ ਤਨ, ਬਰਾਹ ਤਨ, ਸਾਧੂ ਸੰਗ ਉਧਾਰੇ। ਗੁਰੂ ਪਾਤਸ਼ਾਹ ਜੀ ਕਹਿੰਦੇ ਇਕੱਲਾ ਬੰਦੇ ਦਾ ਤਨ ਨਹੀਂ, ਖਗ ਕਹਿੰਦੇ ਪੰਛੀ ਨੂੰ ਜੀ। ਗੁਰੂ ਜੀ ਕਹਿੰਦੇ ਹਰੀ ਦੀ ਸਿਮਰਨ ਦੇ ਬਰਕਤ ਦੇ ਨਾਲ ਪੰਛੀਆਂ ਦੇ ਸਰੀਰਾਂ ਦਾ ਵੀ ਉਧਾਰ ਹੋ ਗਿਆ। ਪੰਛੀ ਤਨ ਹੈ ਜਿਹਦੇ ਕੋਲ, ਪਕਸ਼ੀ ਦਾ ਤਨ ਹੈ, ਪੰਛੀ ਹੈ, ਪਰ ਉਹਦਾ ਵੀ ਉਧਾਰ ਹੋਇਆ। ਖਗ ਤਨ, ਮੀਨ ਤਨ, ਮੀਨ ਕਹਿੰਦੇ ਆ ਮਛਲੀ ਨੂੰ। ਜਿਹੜਾ ਮਛਲੀ ਦਾ ਸਰੀਰ ਧਾਰ ਕੇ ਜੀਵ ਵਿਚਰ ਰਿਹਾ, ਉਹਨਾਂ ਦਾ ਵੀ ਉਧਾਰ ਹੋਇਆ। ਮੀਨ ਤਨ, ਮ੍ਰਿਗ ਤਨ। ਮਿਰਗ ਦਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਮਿਰਗ ਹਿਰਨ ਨੂੰ ਕਹਿ ਦਿੰਦੇ ਆਪਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਿਰਨ ਸਰੀਰ ਧਾਰਨ ਕਰਕੇ ਆਏ ਜਿਹੜੇ ਜੀਵ ਨੇ, ਉਹਨਾਂ ਦਾ ਵੀ ਉਧਾਰ ਪ੍ਰਮਾਤਮਾ ਦੇ ਸਿਮਰਨ ਨਾਲ ਹੋਇਆ। ਬਰਾਹ ਤਨ, ਬਰਾਹ ਕਹਿੰਦੇ ਆ ਸਾਧ ਸੰਗਤ ਜੀ, ਤੁਸੀਂ ਸੂਅਰ ਦਾ ਸੁਣਿਆ ਹੀ ਹੋਣਾ ਨਾਂ, ਕਿ ਦੇਖੀ ਆਪਾਂ ਸੂਅਰ ਤੇ ਸਾਰਿਆਂ ਨੇ। ਸੂਅਰ, ਗੁਰੂ ਜੀ ਕਹਿੰਦੇ ਸੂਰਾਂ ਦਾ ਵੀ ਉਧਾਰ ਹੋਇਆ। ਸਾਧੂ ਸੰਗ ਉਧਾਰੇ, ਉਹ ਨਾਮ ਤੇ ਜੇ ਉਹ ਨਹੀਂ ਜਪ ਸਕਦੇ, ਨਾਮ ਜਪਣ ਵਾਲੇ ਸਾਧੂਆਂ ਦੀ ਸੰਗਤ ਵੀ ਉਹਨਾਂ ਨੇ ਕਰ ਲਈ, ਤਾਂ ਵੀ ਇਹਨਾਂ ਦਾ ਉਧਾਰ ਹੋ ਗਿਆ ਜੀ। ਜਿਹੜਾ ਤੇ ਨਾਮ ਜਪ ਸਕਦਾ ਬੰਦਾ, ਇਨਸਾਨ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਜਿਹਨੂੰ ਇਹ ਉੱਚੀ ਕੋਟੀ ਦਾ ਹੀ ਜਨਮ ਮਿਲ ਗਿਆ, ਉਹ ਤੇ ਆਪ ਜਪ ਕੇ ਆਪ ਇਹ ਸਾਧੂ ਬਣ ਸਕਦਾ। ਪਰ ਜਿਹੜੇ ਗੁਰਮੁਖ ਨਾਮ ਜਪ ਕੇ ਸਾਧੂ ਬਣ ਗਏ, ਉਹਨਾਂ 'ਚ ਐਡੀ ਸਮਰੱਥਾ ਗੁਰੂ ਜੀ ਕਹਿੰਦੇ ਆ ਜਾਂਦੀ, ਉਹ ਬੇਸਮਝ ਨਾਦਾਨ ਅਸਮਰੱਥ, ਜਿਨ੍ਹਾਂ ਦੇ ਕੋਲ ਕੋਈ ਚੰਗੀ ਬੋਲੀ ਨਹੀਂ, ਚੰਗੀ ਭਾਸ਼ਾ ਨਹੀਂ, ਚੰਗੀ ਸੁਰਤ ਨਹੀਂ, ਚੰਗੀ ਸੋਝੀ ਨਹੀਂ, ਚੰਗਾ ਜੀਵਨ ਨਹੀਂ, ਚੰਗਾ ਜਨਮ ਨਹੀਂ, ਉਹਨਾਂ ਗੁਰਮੁਖਾਂ ਦੀ ਸੰਗਤ ਦੇ ਨਾਲ ਪੰਛੀ, ਮਛਲੀਆਂ, ਮਿਰਗ, ਸੂਅਰ ਤੱਕ ਵੀ ਗੁਰਮੁਖਾਂ ਦੀ ਸੰਗਤ ਨਾਲ ਉਧਾਰ ਹੋ ਜਾਂਦਾ ਹੈ। ਇਹ ਗੁਰੂ ਜੀ ਕਹਿ ਰਹੇ ਹੈ। ਦੇਖ ਲਓ, ਹੁਣ ਇੱਕ ਗੱਲ ਤਾਂ ਇੱਥੇ ਕਰ ਲੈਣੀ ਚਾਹੀਦੀ ਹੈ। ਅਸੀਂ ਗੁਰਬਾਣੀ ਪੜ੍ਹਦੇ ਹਾਂ, ਪੜ੍ਹਨੀ ਚਾਹੀਦੀ ਹੈ, ਯਤਨ ਕੀਤਿਆਂ ਤੇ ਗੁਰਬਾਣੀ ਵਿਚਾਰ ਕੇ ਪੜ੍ਹਨੀ ਚਾਹੀਦੀ ਹੈ। ਗੁਰਬਾਣੀ ਪੜ੍ਹੀ ਚੱਲੋ, ਵਿਚਾਰ ਵੀ ਸਮਝ ਆਵੇ ਇੱਕ ਪੱਖ। ਪਰ ਹੁਣ ਦੂਜਾ ਪੱਖ ਇਹ ਵੀ ਹੈ ਕਿ ਜੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਸਮਝ ਨਹੀਂ ਆਈ, ਤੇ ਕੀ ਬਾਣੀ ਪੜ੍ਹਨੀ ਕੋਈ ਮਨਮਤ ਹੋ ਗਈ? ਮਨਮਤ ਹੋ ਗਈ। ਦੇਖੋ ਅੱਜ ਜ਼ਮਾਨਾ ਕਿਸ ਤਰ੍ਹਾਂ ਦਾ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹੇ ਕੋਈ। ਪਤਾ ਨਹੀਂ ਤੇ ਰੱਬ ਵੱਲੋਂ ਇਹਨਾਂ ਦੇ ਦਿਮਾਗ ਇਹ ਬੰਦ ਹੋ ਗਏ, ਪਤਾ ਨਹੀਂ ਜਾਣ ਬੁੱਝ ਕੇ ਇਹ ਬੇਈਮਾਨਾ ਕਰਦੇ ਆ। ਇੱਕ ਪਾਸੇ ਤੇ ਲੋਕਾਂ ਨੂੰ ਕਹਿੰਦੇ ਐ, ਸਾਡੇ ਸਿੱਖ ਭੇਖ ਵਿੱਚ ਕਹਿੰਦੇ ਆ ਜੀ ਕਿ ਸਾਨੂੰ ਖੁੱਲ੍ਹ ਹੋਣੀ ਚਾਹੀਦੀ ਹੈ, ਅਸੀਂ ਕੇਸ ਰੱਖੀਏ ਭਾਵੇਂ ਨਾ ਰੱਖੀਏ। ਦੇਖੋ ਸਾਡੀ ਇੰਨੀ ਕੁ ਸਾਨੂੰ ਖੁੱਲ੍ਹ ਹੋਣੀ ਚਾਹੀਦੀ ਹੈ, ਆਜ਼ਾਦੀ। ਇੱਥੇ ਤੱਕ ਵੀ ਇਹ ਕਹਿੰਦੇ ਆ ਵੀ ਸਾਨੂੰ ਇੰਨੀ ਕੁ ਆਜ਼ਾਦੀ ਹੋਣੀ ਚਾਹੀਦੀ ਹੈ, ਅਸੀਂ ਜਿਵੇਂ ਪੰਜ ਪਿਆਰੇ ਦੱਸਦੇ ਨਾ,
ਸਰੀਰਕ ਸੰਬੰਧ ਹੈ ਜਿਹੜਾ ਪਤੀ ਪਤਨੀ ਦਾ, ਜਿਹੜਾ ਆਪਸੀ ਸੰਬੰਧ ਹੈ, ਇੱਕ ਦੂਜੇ ਦੇ ਨਾਲ ਵਫਾਦਾਰ ਰਹਿਣਾ ਹੈ। ਪਰ ਹਵਾਲੇ ਦੇ ਦੇ ਕੇ ਕਹਿੰਦੇ ਆ ਅੱਜ ਦੇ ਜਵਾਨਾਂ ਨੂੰ, ਕਹਿੰਦੇ ਇੰਨੀ ਕੁ ਖੁੱਲ੍ਹ ਤੇ ਹੋਣੀ ਚਾਹੀਦੀ ਹੈ ਕਿ ਉਹ ਜੋ ਮਰਜ਼ੀ ਕਰਨ, ਜਿੱਧਰ ਮਰਜ਼ੀ ਘੁੰਮਣ। ਤੁਸੀਂ ਸਮਝਦੇ ਗੱਲ? ਦੇਖੋ ਇਹਨਾਂ ਦੀ ਮੱਤ ਇੱਕ ਪਾਸੇ ਤਾਂ ਕਹਿੰਦੇ ਆ ਇਹ ਜਿੱਥੇ ਮਰਜ਼ੀ ਜਾ ਕੇ ਆਪਣੇ ਸਰੀਰ ਦੇ ਸੰਬੰਧ ਬਣਾਉਣ, ਇਹਨਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਦੂਜੇ ਪਾਸੇ ਇਹ ਨਾਸਤਿਕ, ਜੇ ਕੋਈ ਬਾਣੀ ਪੜ੍ਹਦਾ ਉਹਨੂੰ ਕਹਿੰਦੇ ਆ ਇਹ ਬਾਣੀ ਪੜ੍ਹੀ ਜਾਂਦੇ ਆ ਬੈਠੇ ਇਕੱਲੇ ਇਕੱਲੇ, ਲਾਓ ਇਹਦਾ ਤਾਂ ਫਾਇਦਾ ਹੀ ਕੋਈ ਨਹੀਂ, ਫਲੇ ਕੋਈ ਨਹੀਂ। ਕੀ ਗੱਲ ਬਈ? ਜੇ ਕੋਈ ਬੰਦਾ ਦਰਬਾਰ ਸਾਹਿਬ ਇਸ਼ਨਾਨ ਕਰਦਾ ਉਹਨੂੰ ਇਹ ਜਰਦੇ ਨਹੀਂ, ਉਹਨੂੰ ਕਹਿੰਦੇ ਇਹ ਇਸ਼ਨਾਨ ਕਿਉਂ ਕਰੀ ਜਾਂਦਾ, ਨਹਾਈ ਕਿਉਂ ਜਾਂਦਾ? ਨਹਾਉਣਾ ਹੀ ਸ਼ਬਦ ਵਰਤਦੇ ਆ, ਪਾਣੀ ਸ਼ਬਦ ਵਰਤਦੇ ਆ ਦਰਬਾਰ ਸਾਹਿਬ ਤੇ ਪਾਵਨ ਸਰੋਵਰ ਦੇ ਲਈ। ਇਹ ਕਿਸ ਤਰ੍ਹਾਂ ਦੀ ਇਹਨਾਂ ਦੀ ਦਲੀਲ ਹੋਈ? ਇੱਕ ਪਾਸੇ ਆਪ ਤੇ ਖੇਹ ਖਾਣ ਦੀ ਵੀ ਆਜ਼ਾਦੀ ਮੰਗਦੇ ਆ ਵੀ ਇਹ ਵੀ ਹੋਣੀ ਚਾਹੀਦੀ ਹੈ ਸਾਡੇ ਕੋਲ, ਦੂਜੇ ਪਾਸੇ ਉਹਨਾਂ ਦੇ ਲਈ ਸਰੋਵਰ 'ਚ ਨਹਾਉਣਾ ਉਹਨਾਂ ਦੇ ਲਈ ਉਹ ਪਾਪ ਹੈ। ਜੇ ਕੋਈ ਨਹਾ ਲਏ, ਇਸ਼ਨਾਨ ਕਰ ਲਏ ਸਰੋਵਰ ਦੇ ਵਿੱਚ, ਫਿਰ ਉਹ 'ਤੇ ਤੰਜਾਂ ਕੱਸਦੇ ਆ, ਉਹਨੂੰ ਕਹਿੰਦੇ ਇਹਦਾ ਫਾਇਦਾ ਕੋਈ ਨਹੀਂ। ਜੇ ਕੋਈ ਬੈਠਾ ਬਾਣੀ ਪੜ੍ਹ ਰਿਹਾ, ਇਕੱਲਾ ਹੀ ਪੜ੍ਹੀ ਜਾਂਦਾ, ਭਾਵੇਂ ਕਮਰਿਆਂ ਦੇ ਵਿੱਚ ਪਾਠ ਰੱਖੇ ਹੋਏ ਆ, ਭਾਵੇਂ ਉਹਨੂੰ ਕਹਿਣਗੇ ਲਓ ਜੀ ਇਹ ਕੀ ਕਰੀ ਜਾਂਦੇ, ਇਹ ਤਾਂ ਮਨਮੱਤ ਹੈ, ਗੁਰਮਤ ਨਹੀਂ। ਦੇਖੋ ਜਿਹੜੀ ਮਨਮੱਤ ਹੈ ਉਹਨੂੰ ਤਾਂ ਕਹਿੰਦੇ ਆ ਜੀ ਇਹ ਤਾਂ ਆਜ਼ਾਦੀ ਹੋਣੀ ਚਾਹੀਦੀ ਹੈ। ਜਿਹੜੀ ਕਿਤੇ ਬਾਣੀ ਪੜ੍ਹ ਰਿਹਾ, ਜੇ ਇਕੱਲਾ ਬੈਠਾ ਪਾਠੀ ਪੜ੍ਹ ਰਿਹਾ, ਪਾਠੀ ਨੂੰ ਬੰਦਾ ਨਹੀਂ ਜਾਣਦੇ ਯਾਰ ਤੁਸੀਂ, ਉਹ ਨਹੀਂ ਬੰਦਾ, ਉਹ ਵੀ ਬੰਦਾ ਹੀ ਹੈ, ਇਕੱਲਾ ਬੈਠਾ ਪਾਠ ਕਰ ਰਿਹਾ। ਜੇ ਮੈਂ ਆਪਣੇ ਘਰ ਬਹਿਣਾ, ਮੈਂ ਇਕੱਲਾ ਪਾਠ ਕਰਦਾ, ਮੈਂ ਆਪਣਾ ਪਾਠ ਕਰਦਾ, ਇਕੱਲਾ ਹੀ ਕਰਦਾ। ਜੇ ਕੋਈ ਆ ਜਾਂਦਾ ਤਾਂ ਆਹੋ ਭਾਗ, ਉਹ ਤਾਂ ਤੁਹਾਡੀ ਕਮੀ ਹੈ, ਤੁਸੀਂ ਆ ਕੇ ਬਹਿੰਦੇ ਨਹੀਂ। ਪਾਠ ਕਰਨ ਵਾਲੇ ਤਾਂ ਨਹੀਂ ਕਹਿੰਦੇ ਵੀ ਅਸੀਂ ਨਹੀਂ ਸੁਣਾਉਣਾ ਤੁਹਾਨੂੰ ਪਾਠ, ਆ ਕੇ ਬਹਿ ਜਾਓ। ਪਰ ਜੇ ਕੋਈ ਨਹੀਂ ਵੀ ਸੁਣਦਾ, ਇਕੱਲਾ ਵੀ ਬਹਿ ਕੇ ਬਾਣੀ ਪੜ੍ਹਦਾ ਹੈ ਤਾਂ ਵੀ ਭਲਾ ਹੈ। ਦੂਜਾ ਪੱਖ। ਤੀਜਾ, ਬਾਣੀ ਨੂੰ ਸਮਝ ਕੇ ਪੜ੍ਹਿਆ ਜਾਂਦਾ ਹੈ, ਬਹੁਤ ਚੰਗੀ ਗੱਲ ਹੈ। ਜੇ ਨਹੀਂ ਵੀ ਸਮਝ ਆਉਂਦੀ ਤਾਂ ਵੀ ਬਾਣੀ ਛੱਡਣੀ ਨਹੀਂ ਹੈ। ਮੈਂ ਗੱਲ ਤਾਂ ਕੀਤੀ ਕਿਉਂਕਿ ਗੱਲਾਂ ਕਰਨ ਲੱਗ ਪਏ ਸਾਡੇ ਵਿੱਚ, ਐਵੇਂ ਪੜ੍ਹਨ ਦਾ ਕੋਈ ਫਾਇਦਾ ਨਹੀਂ, ਐਵੇਂ ਪੜ੍ਹਨ ਦਾ ਕੋਈ ਫਾਇਦਾ ਨਹੀਂ। ਦੇਖੋ ਮੈਂ ਤਾਂ ਆਪਣੇ ਵੱਲੋਂ ਨਹੀਂ ਉਦਾਹਰਨ ਦੇ ਰਿਹਾ, ਇੱਕ ਬਹੁਤ ਪੁਰਾਤਨ ਵਿਆਕਰਨਿਕ ਗ੍ਰੰਥ ਹੈ ਸਾਡਾ। ਗੱਲ ਇਹ ਆ ਗਈ ਕਿ ਕੌਮ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਵਿਦਵਾਨਾਂ ਵੱਲੋਂ, ਪਰ ਪੜ੍ਹਦੇ ਨਹੀਂ ਸਾਡੇ ਬੰਦੇ, ਮਿਹਨਤ ਨਹੀਂ ਕਰਦੇ। ਸ਼੍ਰੋਮਣੀ ਪੰਚਾਇਣ ਵਿਆਕਰਨ ਪੰਡਿਤ ਕਰਤਾਰ ਸਿੰਘ ਦਾਖਾ ਹੋਣਾ ਬੜੀ ਮਿਹਨਤ ਕਰਕੇ ਲਿਖੀ, ਬੜੀਆਂ ਬੜੀਆਂ ਵਿਆਕਰਨਾਂ ਉਹਨਾਂ ਨੇ ਕੋਖੀਆਂ ਵਾਚੀਆਂ। ਉਹਦੇ ਵਿੱਚ ਉਹਨਾਂ ਜੋ ਗੁਰਬਾਣੀ ਵਿਆਕਰਣ ਦੀ ਪ੍ਰਮਾਣਿਕਤਾ ਔਰ ਸਭ ਤੋਂ ਵੱਡੀ ਸਿੱਧੀ ਦੱਸੀ ਕਿ ਸਭ ਤੋਂ ਮਹਾਨ ਹੈ, ਉਹਦੇ ਵਿੱਚ ਉਹਨਾਂ ਇੱਕ ਗੱਲ ਇਹ ਵੀ ਆਖੀ ਕਿ ਜਿਹੜੇ ਸ਼ਬਦ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ। ਕਿਹੜੇ? ਇੱਕ ਤੇ ਉਹ ਹੁੰਦੇ ਜਿਹੜੇ ਸ਼ਬਦਾਂ ਦੇ ਕੁਝ ਅਰਥ ਹੁੰਦੇ ਆ, ਉਹ ਵੀ ਸਮਝ ਪੈਂਦੇ ਆ, ਅਰਥ ਸਮਝ ਪੈਣ ਬਹੁਤ ਚੰਗੀ ਗੱਲ ਹੈ। ਪਰ ਉਹਨਾਂ ਦੂਜੀ ਗੱਲ ਇਹ ਵੀ ਆਖੀ ਕਈ ਚੀਜ਼ਾਂ ਐਸੀਆਂ ਵੀ ਹੁੰਦੀਆਂ ਜਿਨ੍ਹਾਂ ਦੇ ਅਰਥ ਨਹੀਂ ਹੁੰਦੇ, ਪਰ ਉਹ ਫਿਰ ਵੀ ਸਰੀਰ ਉੱਤੇ ਉਹਨਾਂ ਦਾ ਪ੍ਰਭਾਵ ਪੈਂਦਾ, ਅਸਰ ਪੈਂਦਾ। ਉਹਨਾਂ ਨੂੰ ਪੁੱਛਿਆ ਗਿਆ ਜੀ ਕਿਵੇਂ? ਉਦਾਹਰਨ ਉਹਨਾਂ ਬੜੀ ਠੋਕਵੀਂ ਦਿੱਤੀ। ਉਹ ਕਹਿਣ ਲੱਗੇ, ਕਹਿੰਦੇ ਦੇਖੋ ਤੁਹਾਡੇ ਪਿੰਡ ਦੇ ਵਿੱਚ ਢੋਲ ਵੱਜਦਾ, ਢੋਲ ਦੇ ਵਿੱਚ ਕਿਹੜਾ ਕੋਈ ਅਰਥ ਰੱਖੇ ਹੁੰਦੇ ਆ? ਜਿਹੜੇ ਉਹ ਡੰਗ 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 ਕਰਦਾ, ਉਹਦੇ ਕੋਈ ਅਰਥ ਨਿਕਲਦੇ? ਕੋਈ ਕੱਢੋ ਅਰਥ, ਕੀ ਅਰਥ ਨੇ ਉਹਦੇ? ਕੋਈ ਨਹੀਂ। ਪਰ ਲੋਕੀ ਅੱਧੀ ਅੱਧੀ ਰਾਤ ਤੱਕ ਪੁੱਠੇ ਹੋ ਨੱਚੀ ਜਾਂਦੇ ਆ, ਉੱਤੇ ਅਸਰ ਹੁੰਦਾ ਕਿ ਨਹੀਂ ਹੁੰਦਾ ਸਰੀਰ 'ਤੇ? ਨਿੱਕੇ ਨਿੱਕੇ ਨਿਆਣੇ ਬੁੜਕਦੇ ਆ ਤੁਹਾਡੇ ਘਰਾਂ 'ਚ ਬੈਠੇ, ਜਦੋਂ ਡਿੰਗ 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 ਵੱਜਦਾ ਨਾ ਉਹ ਢੋਲ ਜਾ, ਅਤੇ ਛੋਟੇ ਛੋਟੇ ਨਿਆਣੇ ਬੁੜਕਦੇ, ਅਸਰ ਕਿੱਡਾ। ਫਿਰ ਇੱਕ ਬੰਸਰੀ ਵਾਦਕ ਬੰਸਰੀ ਵਜਾਉਂਦਾ, ਇੰਨੀ ਸੋਹਣੀ ਬੰਸਰੀ ਵਜਾਉਂਦਾ ਹੈ, ਉਹਦੇ ਸ਼ਬਦ ਨਹੀਂ ਸਮਝ ਆਉਂਦੇ ਸਾਨੂੰ ਕੀ ਕਹਿੰਦਾ ਉਹ, ਪਰ ਰੋਣ ਲਾ ਦਿੰਦਾ ਬੰਦਿਆਂ ਨੂੰ। ਐਡਾ ਤਕੜਾ ਉਹਦੇ ਵਿੱਚ ਮਨ ਨੂੰ ਮੋਹਣ ਵਾਲੀ ਉਹ ਸ਼ਬਦ ਦੀ ਆਪਣੀ ਇੱਕ ਕਹਿ ਲਓ ਤਸੀਰ ਹੈ, ਉਹਦੇ ਵਿੱਚੋਂ ਨਿਕਲਣ ਵਾਲੀ ਆਵਾਜ਼ ਸਾਊਂਡ ਹੈ ਜਿਹੜਾ, ਉਹਦੇ ਵਿੱਚ ਐਸੀ ਤਸੀਰ ਹੈ।
ਬੰਸਰੀ ਵਜਾਉਂਦੇ, ਮੁਰਲੀ ਵਜਾਉਂਦੇ ਕ੍ਰਿਸ਼ਨ ਜੀ, ਉਹਨਾਂ ਇੰਨੀ ਸੋਹਣੀ ਮੁਰਲੀ ਵਜਾਉਂਦੇ, ਉਹਨਾਂ ਦਾ ਨਾਮ ਹੈ ਮੁਰਲੀਧਰ ਪੈ ਗਿਆ। ਬਾਣੀ ਵਿੱਚ ਧੰਨ ਧੰਨ ਉਹ ਰਾਮ ਬੇਨ ਬਾਜੈ, ਮਾਧੁਰ ਮਾਧੁਰ ਧੁਨ ਅਨਹਦ ਗਾਜੈ। ਬਾਣੀ 'ਚ ਪ੍ਰਮਾਣ ਮਿਲ ਗਏ। ਜੇ ਇੱਕ ਬੰਸਰੀ ਬੰਦੇ ਦੇ ਉਹਨੂੰ ਸ਼ਬਦਾਂ ਦੀ ਕੋਈ ਅਰਥ ਨਹੀਂ ਨਿਕਲਦੇ, ਕਿਉਂਕਿ ਉਹ ਸਿਰਫ ਨਾਦੀ ਹੈ, ਕੋਈ ਉਹਦੇ ਅਰਥ ਨਹੀਂ ਨਿਕਲਦੇ। ਢੋਲ ਵੱਜਦਾ, ਉਹਦੇ ਸ਼ਬਦ ਜਿਹੜੇ ਡੰਗ ਡੰਗ ਵੱਜਦੇ, ਕੋਈ ਅਰਥ ਨਹੀਂ ਨਿਕਲਦੇ। ਅਤੇ ਉਹ ਇੱਕ ਇਨਸਾਨ ਦੇ ਸਰੀਰ 'ਤੇ ਇੰਨਾ ਅਸਰ ਕਰਦੇ, ਬੰਦੇ ਨੂੰ ਬੈਠੇ ਨੂੰ ਰੋਣ ਵੀ ਲਾ ਸਕਦੇ, ਬੰਦੇ ਨੂੰ ਬੁੜਕਣ ਵੀ ਲਾ ਸਕਦਾ ਢੋਲ ਨੱਚਦਾ। ਤੁਹਾਨੂੰ ਮੈਂ ਕਹਿਣਾ ਸਿੱਖੋ, ਤੁਹਾਨੂੰ ਇੰਨਾ ਵੀ ਯਕੀਨ ਨਹੀਂ ਵੀ ਬਾਣੀ ਪੜ੍ਹੀ ਜਾਂਦੀ, ਜੇ ਇਹਦੇ ਅਰਥ ਸਮਝ ਨਹੀਂ ਆਉਂਦੇ ਤੁਹਾਡੇ 'ਤੇ ਕੁਛ ਅਸਰ ਕਰਦੀ ਹੋਣੀ ਹੈ। ਇੰਨੀ ਮੱਤ ਤੁਹਾਡੀ ਜਣੀ ਖਰਾਬ ਹੋ ਗਈ ਹੈ। ਜੋ ਮਰਜ਼ੀ ਕੋਈ ਬੋਲੀ ਜਾਂਦਾ ਬੋਲੀ ਜਾਂਦਾ। ਸਾਡੇ ਬੰਦੇ, ਕੋਈ ਬੰਦਾ ਗਲਤ ਬੋਲੇ ਉਹਦੀ ਸਪੋਰਟ 'ਚ ਉਹਦੀ ਖੜ੍ਹ ਜਾਣਗੇ ਨਾਲ ਦੀ ਨਾਲ, ਅਤੇ ਨਹੀਂ ਚੁੱਪ ਕਰ ਜਾਣਗੇ ਵੀ ਨਹੀਂ ਨਹੀਂ ਚਲੋ ਅਸੀਂ ਕੀ ਲੈਣਾ। ਉਂਝ ਪੰਥ ਦੇ ਖਾਰ ਖੁਆ ਕਹਾਣਾ ਗਲਤ ਗੱਲ ਹੈ। ਜੇ ਕੋਈ ਗਲਤ ਗੱਲ ਬੋਲੇ ਉਹਨੂੰ ਕਹਿਣਾ ਚਾਹੀਦਾ ਇੱਥੇ ਗਲਤ ਗੱਲ ਹੈ। ਬੋਲ ਸੋ ਧਰਮੀੜਿਆ ਮੋਨ ਕਤ ਧਾਰੀ। ਜਦੋਂ ਇਹ ਗੱਲ ਕਹੀ ਜਾਂਦੀ ਹੋਵੇ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਅਤੇ ਧਰਮੀ ਬੰਦਾ ਚੁੱਪ ਕਿਵੇਂ ਕਰ ਜਾਏ, ਕਿਉਂਕਿ ਬਾਣੀ ਪੜ੍ਹਨ ਦਾ ਫਾਇਦਾ ਹੀ ਫਾਇਦਾ ਹੈ। ਕਿਉਂਕਿ ਗੁਰਬਾਣੀ ਜਦੋਂ ਕੋਈ ਸੁਣਦਾ ਹੈ, ਆਲੇ ਦੁਆਲੇ ਕੁਛ ਵੀ, ਹਵਾ ਦੇ ਵਿੱਚ ਵੀ ਗੁਰਬਾਣੀ ਦਾ ਅਸਰ ਹੈ। ਹੁਣ ਤਾਂ ਵਿਗਿਆਨ ਇਹ ਗੱਲ ਮੰਨਣ ਲੱਗ ਪਈ। ਮੈਂ ਜਿਹੜੀ ਗੱਲ ਪਹਿਲਾਂ ਕਹੀ ਵੀ ਇਹ ਪੜ੍ਹਦੇ ਨਹੀਂ, ਇਹਨਾਂ ਦੀ ਬਹੁਤ ਵੱਡੀ ਦਿੱਕਤ ਹੀ ਹੈ, ਇਹਨਾਂ ਨੂੰ ਕੱਖ ਨਹੀਂ ਆਉਂਦਾ, ਕੁਛ ਪਤਾ ਨਹੀਂ ਹੈ, ਫਿਰ ਸੁਣ ਕੇ ਨਹੀਂ ਰਾਜੀ ਹੈ। ਇਹ ਵਿਗਿਆਨ ਵੀ ਇਹ ਗੱਲ ਮੰਨਦੀ ਹੈ, ਕੋਈ ਸ਼ਬਦ ਤੁਸੀਂ ਬੋਲ ਦਿਓ। ਉਹਨਾਂ ਨੇ ਇਸ ਤਰ੍ਹਾਂ ਦੀਆਂ ਵੀ ਕਰ ਦੇਖੀਆਂ, ਪਾਣੀ ਦੇ ਕੋਲ ਪ੍ਰੈਕਟੀਕਲ ਕਰਕੇ, ਪਾਣੀ ਹੈ ਪਾਣੀ ਦੇ ਕੋਲ ਦਿਖਾਇਆ। ਡਿਸਕਵਰੀ ਚੈਨਲ ਉੱਤੇ ਉਹਨਾਂ ਨੇ ਆਪਣੇ ਜਿਹੜੇ ਪ੍ਰੈਕਟੀਕਲ ਕੀਤੇ ਤਜਰਬੇ ਉਹਨਾਂ ਸਾਂਝੇ ਕੀਤੇ। ਪਾਣੀ ਰੱਖ ਲਿਆ, ਪਾਣੀ ਦੇ ਕੋਲ ਚੰਗੇ ਬੋਲ ਬੋਲੇ, ਪਾਣੀ ਦੇ ਜਿਹੜੇ ਅੰਦਰ ਰਸਾਇਣ ਨੇ ਪਾਣੀ ਦੇ ਅੰਦਰ, ਉਹਨਾਂ ਦੀ ਸਥਿਤੀ ਕੋਈ ਹੋਰ ਹੋ ਗਈ। ਪਾਣੀ ਦੇ ਕੋਲ ਮਾੜੇ ਬੋਲ ਬੋਲੇ, ਗਾਲਾਂ ਕੱਢ ਦਿਓ, ਪਾਣੀ ਦੇ ਕੋਲ ਖੜ੍ਹ ਕੇ ਪਾਣੀ ਦੇ ਉੱਤੇ ਪ੍ਰਭਾਵ ਹੈ। ਇੱਥੇ ਤੱਕ ਵੀ ਮੰਨਿਆ ਜਾਂਦਾ ਇੱਕ ਮਾੜਾ ਸ਼ਬਦ ਜਿਹੜਾ ਤੁਸੀਂ ਬੋਲੋਗੇ ਹਵਾ ਦੇ ਵਿੱਚ, ਉਹਦੀ ਐਨਰਜੀ ਹੋਰ ਬਣੂਗੀ। ਅਸੀਂ 5 ਤੱਤਾਂ ਦੇ ਹੀ ਤਾਂ ਬਣੇ ਹੋਏ ਹਾਂ। ਕੋਈ ਤੁਹਾਨੂੰ ਗਾਲ ਕੱਢ ਦੇਵੇ ਅਤੇ ਖੂਨ ਵਾਲੇ ਖਾ ਜਾਂਦਾ, ਆਂਦਾ ਨਹੀਂ 5 ਤੱਤਾਂ ਦੇ ਹੀ ਅਸੀਂ। ਸਾਡੇ 'ਚ ਕਿਹੜਾ ਕੋਈ 7ਵਾਂ ਜਾਂ 8ਵਾਂ ਤੱਤ ਹੈ। 5 ਤੱਤਾਂ ਦੀ ਪੂਰੀ ਪ੍ਰਕਿਰਤੀ ਹੈ, ਉਸੇ ਦੇ ਵਿੱਚੋਂ ਹੀ ਅਸੀਂ ਬਣੇ ਹੋਏ ਹਾਂ। 5 ਤੱਤਾਂ ਦਾ ਬਣਿਆ ਹੋਇਆ ਇਹ ਸਰੀਰ ਅਸਰ ਰੱਖਦਾ, ਅਸਰ ਮੰਨਦਾ। ਇੱਦਾਂ ਹੀ ਜਿਹੜੇ ਹਵਾ ਦੇ ਵਿੱਚ ਤੁਸੀਂ ਮਾੜਾ ਬੋਲ ਬੋਲੋਗੇ, ਉਹਦੀ ਐਨਰਜੀ ਦਾ ਹੋਰ ਤਰੀਕੇ ਨਾਲ ਜਾਣਾ। ਮਾੜੇ ਬੋਲ, ਚੰਗੇ ਬੋਲ ਬੋਲੋ, ਉਹ ਚੰਗੀ ਐਨਰਜੀ ਬਣਾਏਗਾ ਅਤੇ ਉਹਦਾ ਵੱਖਰਾ ਔਰਾ ਬਣੇਗਾ, ਹਵਾ ਦੇ ਵਿੱਚ ਐਨਰਜੀ ਜਾਏਗੀ। ਔਰ ਵਿਗਿਆਨ ਇਹ ਮੰਨ ਚੁੱਕੀ ਹੈ ਕਿ ਜਿਹੜੇ ਸ਼ਬਦ ਤੁਸੀਂ ਬੋਲਦੇ ਕਿਤੇ ਨਹੀਂ ਜਾਂਦੇ, ਇੱਥੇ ਹੀ ਰਹਿੰਦੇ, ਵਾਤਾਵਰਨ ਦੇ ਵਿੱਚ ਘੁੰਮਦੇ ਰਹਿੰਦੇ ਆ। ਫਿਰ ਜਿਹੜੀ ਇਹ ਬਾਣੀ ਪੜ੍ਹੀ ਜਾਂਦੀ ਹੈ, ਇੰਨਾ ਹੀ ਮੰਨ ਲਓ ਕਿ ਹਵਾ ਦੇ ਵਿੱਚ, ਵਾਤਾਵਰਨ ਦੇ ਵਿੱਚ ਇਹ ਇੱਕ ਚੰਗੀ ਊਰਜਾ ਪੈਦਾ ਕਰਦੀ ਹੈ। ਪਰ ਹੱਦ ਹੈ ਉਸ ਵੇਲੇ ਅਗਿਆਨਤਾ ਦੀ, ਬੇਸਮਝੀ ਦੀ, ਜਦੋਂ ਇਹ ਗੱਲਾਂ ਕਹਿ ਦਿੰਦਾ ਕੋਈ ਬੰਦਾ, ਸਾਡੇ ਵਰਗਾ ਹੀ ਸਟੇਜ 'ਤੇ ਸਿੱਖਾਂ ਦੀ 'ਤੇ ਬਹਿ ਕੇ, ਗੁਰੂ ਘਰ ਦੀ ਸਟੇਜ 'ਤੇ, ਕਿ ਬਾਣੀ ਪੜ੍ਹੀ ਜਾਂਦੇ ਜੀ ਕੋਈ ਫਾਇਦਾ ਨਹੀਂ, ਕੋਈ ਸੁਣਦਾ ਤਾਂ ਹੈ ਨਹੀਂ। ਉਹ ਨਹੀਂ ਸੁਣਦਾ ਅਤੇ ਬਦਕਿਸਮਤੀ ਉਹਦੀ, ਕੋਈ ਨਹੀਂ ਸੁਣ ਰਿਹਾ। ਪਰ ਬਾਣੀ ਕੋਈ ਇਕੱਲਾ ਬਹਿ ਕੇ ਵੀ ਪੜ੍ਹ ਰਿਹਾ, ਗੁਰਬਾਣੀ ਨੂੰ ਕੋਈ ਜੰਗਲ ਵਿੱਚ ਵੀ ਬੈਠਾ ਪੜ੍ਹ ਰਿਹਾ, ਉਹ ਜਿੰਨੇ ਜੰਗਲ ਦੇ ਵਿੱਚ ਦਰੱਖਤ ਨੇ ਉਹਨਾਂ 'ਤੇ ਗੁਰਬਾਣੀ ਦਾ ਪ੍ਰਭਾਵ ਹੈ। ਜੰਗਲ ਦੇ ਵਿੱਚ ਜਿਹੜੀ ਹਵਾ ਵਗਦੀ ਹੈ, ਉਹਦੇ ਵਿੱਚ ਗੁਰਬਾਣੀ ਦੇ ਸ਼ੁਭ ਐਨਰਜੀ ਹੈ, ਜਿੱਧਰ ਜਿੱਧਰ ਜਾਊਗੀ ਲੋਕਾਂ ਦਾ ਭਲਾ ਕਰਦੀ ਜਾਊਗੀ। ਅਤੇ ਇਹ ਰੱਬ ਦੇ ਪਿਆਰਿਆਂ 'ਚ ਇੰਨੀ ਤਾਕਤ ਹੈ, ਜਿਹੜੇ ਬਾਣੀ ਪੜ੍ਹ ਕੇ ਜਿਨ੍ਹਾਂ ਨੇ ਆਪਣਾ ਜੀਵਨ ਬਣਾ ਲਿਆ, ਉਹ ਤਾਂ ਧੰਨ ਹੋ ਗਏ। ਅਤੇ ਉਹਨਾਂ ਦੇ ਕੋਲ ਦੀ ਵੀ ਕੋਈ ਚੀਜ਼ ਲੰਘ ਗਈ, ਉਹਦਾ ਵੀ ਉਧਾਰ ਕਰਤਾ ਮਹਾਰਾਜ। ਇੱਥੇ ਉਦਾਹਰਨਾਂ ਦੇਖੋ ਕਿਹਦੀਆਂ ਦੇ ਰਹੇ ਨੇ। ਹੁਣ ਮੈਂ ਇਹ ਗੱਲ ਤਾਂ ਕਹੀ ਹੈ, ਗੁਰੂ ਜੀ ਨੇ ਹਰ ਕੈ ਭਜਨ ਕੌਣ ਕੌਣ ਨਾ ਤਾਰੇ ਕਹਿ ਕੇ, ਅੱਗੇ ਸਾਧੂ ਦੀ ਸੰਗਤ ਦੇ ਵਿੱਚ ਨਾਮ ਜਪਣ ਵਾਲਿਆਂ ਨੇ ਜਿਨ੍ਹਾਂ ਦਾ ਉਧਾਰ ਕੀਤਾ, ਉਹਨਾਂ ਦੀ ਜਿਨ੍ਹਾਂ ਦੀ ਗਿਣਤੀ ਕੀਤੀ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਉਹ ਜਿਹੜੇ ਬੰਦੇ ਨਹੀਂ,
ਇਨਸਾਨ ਨਹੀਂ, ਜਿਨ੍ਹਾਂ ਕੋਲ ਤੁਹਾਡੀ ਵਰਗੀ ਅਕਲ ਨਹੀਂ। ਕੀ ਕਹਿੰਦੇ? ਖੱਗ ਤਨ। ਖੱਗ ਕਹਿੰਦੇ ਪੰਛੀ ਨੂੰ। ਪੰਛੀ ਦਾ ਵੀ ਸਾਧੂ ਸੰਗ ਉਧਾਰੇ। ਹੁਣ ਆਪਾਂ ਇਹ ਅਨਵੇ ਕਰਾਂਗੇ। ਇੱਥੇ ਦੋ ਤਰ੍ਹਾਂ ਦਾ ਅਨਵੇ ਹੁੰਦਾ, ਇੱਕ ਦੰਡਵਤ ਅਨਵੇ, ਇੱਕ ਖੰਡਵਤ ਅਨਵੇ। ਦੰਡਤ ਅਨਵੇ ਹੁੰਦਾ ਹੈ ਜਿਹੜਾ ਤੁਸੀਂ ਗੁਰਬਾਣੀ ਦੇ ਅਰਥ ਆਪਾਂ ਜਿਵੇਂ ਪੰਗਤੀ ਦੇ ਸਿੱਧੇ ਹੀ ਕਰ ਲਏ, ਹਰ ਕੇ ਭਜਨ ਕੌਣ ਕੌਣ ਨਾ ਤਾਰੇ, ਡੰਡੇ ਦੀ ਤਰ੍ਹਾਂ ਸਿੱਧੀ ਗੱਲ ਸਮਝ ਆ ਗਈ। ਹੁਣ ਖੰਡਤ ਅਨਵੇ ਲਾਵਾਂਗੇ ਕਿ ਸ਼ਬਦ ਨੂੰ ਉੱਥੋਂ ਚੁੱਕ ਕੇ ਕਿਤੇ ਹੋਰ ਲਾਈ ਚੱਲਾਂਗੇ, ਤਾਂ ਕਿ ਖੰਡਤ ਹੁੰਦਾ ਤੋੜ ਕੇ ਸ਼ਬਦ ਨੂੰ ਉੱਥੋਂ ਕੱਟ ਕੇ ਹੋਰ ਕਿਤੇ ਲਾ ਲਾ ਕੇ ਅਰਥ ਕਰਨੇ। ਹੁਣ ਆਪਾਂ ਕਰਾਂਗੇ ਸਾਧੂ ਸੰਗ ਉਧਾਰੇ ਨੂੰ ਲੈ ਕੇ ਖੱਗ ਤਨ ਸਾਧੂ ਸੰਗ ਉਧਾਰੇ, ਮੀਨ ਤਨ ਸਾਧੂ ਸੰਗ ਉਧਾਰੇ, ਮ੍ਰਿਗ ਤਨ ਸਾਧੂ ਸੰਗ ਉਧਾਰੇ, ਬਰਾ ਤਨ ਸਾਧੂ ਸੰਗ ਉਧਾਰੇ। ਇਹ ਅਰਥ ਕਰਨ ਦਾ ਇੱਕ ਵਿਧੀ ਹੈ, ਤਰੀਕਾ ਹੈ, ਫਿਰ ਸਮਝ ਲੱਗਦੀ। ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਦੇ ਨਾਲ ਖੱਗ ਤਨ ਪੰਛੀਆਂ ਦਾ ਵੀ ਉਧਾਰ ਹੁੰਦਾ। ਜੇ ਉਦਾਹਰਨਾਂ ਲੈਣੀਆਂ ਹੋਣ ਇਤਿਹਾਸ 'ਚੋਂ ਵੀ ਮਿਲ ਜਾਣਗੀਆਂ, ਗੁਰੂ ਇਤਿਹਾਸ 'ਚੋਂ, ਪੁਰਾਣਕ ਹਵਾਲਿਆਂ 'ਚ ਵੀ ਮਿਲ ਜਾਣਗੀਆਂ। ਕਿਵੇਂ? ਗੁਰੂ ਕਲਗੀਧਰ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ, ਉਹਦੇ ਵਿੱਚ ਆਉਂਦਾ ਹੈ ਕਿ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਇੱਕ ਸਿੱਖ ਆਇਆ ਸੀ ਉਜੈਨ ਤੋਂ ਚੱਲ ਕੇ। ਉਹਨੇ ਦੇਖਿਆ ਵੀ ਗੁਰੂ ਜੀ ਅਨੰਦਪੁਰ ਸਾਹਿਬ 'ਤੇ ਹੈ ਨਹੀਂ, ਬਾਹਰ ਗਏ ਹੋਏ ਆ। ਪਿੱਛੇ ਪਿੱਛੇ ਚਲਾ ਗਿਆ, ਦੇਖਿਆ ਕਿ ਇੱਕ ਬਾਜ ਅਤੇ ਇੱਕ ਹੋਰ ਪੰਛੀ ਸੀ ਜਿਹੜਾ ਆਪਸ ਵਿੱਚ ਲੜ ਰਹੇ, ਗੁਰੂ ਜੀ ਦੇਖੀ ਜਾ ਰਹੇ ਸੀ। ਉਹ ਸਿੱਖ ਆਇਆ ਸੀ ਵਿਚਾਰਾ, ਪਹਿਲੀ ਵਾਰ ਉਹਦੇ ਇਕੱਲਾ ਮਾਪਿਆਂ ਤੋਂ ਬਿਨਾਂ ਉਹਦੇ ਮਨ 'ਚ ਸ਼ੰਕਾ ਆ ਗਿਆ ਵੀ ਕਿੱਦਾਂ ਦੇ ਗੁਰੂ ਸਾਹਮਣੇ ਪੰਛੀ ਲੜੀ ਜਾਂਦੇ ਆ ਅਤੇ ਇਹ ਦੇਖੀ ਜਾਂਦੇ ਆ। ਫਿਰ ਗੁਰੂ ਜੀ ਨੇ ਉਹਦਾ ਸ਼ੰਕਾ ਨਿਵਰਤ ਕਰਨ ਲਈ ਜਿਹੜੀ ਗੱਲ ਆਖੀ ਸੀ, ਇਤਿਹਾਸ 'ਚ ਪ੍ਰਮਾਣ ਮਿਲਦਾ। ਉਹ ਗੁਰੂ ਜੀ ਨੇ ਆਖਿਆ ਵੀ ਜਿਹੜੇ ਇਹ ਬਾਜ ਅਤੇ ਦੂਜਾ ਪੰਛੀ ਆਪਸ ਵਿੱਚ ਲੜ ਰਹੇ ਨਾ, ਅਤੇ ਬਾਜ ਮਾਸ ਖਾ ਰਿਹਾ ਨੋਚ ਨੋਚ ਕੇ ਇਹਨਾਂ ਦਾ, ਇਹ ਖੇਡ ਪੁਰਾਣੀ ਹੈ, ਹਿਸਾਬ ਕਿਤਾਬ ਮੁਕਾ ਰਹੇ ਇਹਦਾ। ਕਹਿੰਦਾ ਜੀ ਕੀ? ਗੁਰੂ ਜੀ ਨੇ ਆਖਿਆ ਜਿਹੜਾ ਇਹ ਬਾਜ ਹੈ ਔਰ ਦੂਜਾ ਪੰਛੀ ਹੈ, ਇਹ ਪਿਛਲੇ ਜਨਮ ਦੀ ਗੱਲ ਹੈ ਕਿ ਇਹ ਦੂਜੇ ਨੇ ਤਾਂ ਉਧਾਰ ਲਿਆ ਸੀ, ਉਧਾਰ ਹੱਕ ਪਰਾਇਆ ਸੀ ਇਹਨੇ, ਔਖੇ ਵੇਲੇ ਲੈ ਲਿਆ ਉਹਨੇ ਵੀ, ਔਖੇ ਹੋ ਕੇ ਆਪਣੀ ਪੂੰਜੀ ਦੇ ਦਿੱਤੀ, ਪਰ ਜਦੋਂ ਲੈ ਲਈ, ਲੈ ਕੇ ਫਿਰ ਇਹ ਮੁੱਕਰ ਗਿਆ। ਅਤੇ ਬਾਣੀ ਨੇ ਉਹਨਾਂ ਨੂੰ ਚੰਗਾ ਨਹੀਂ ਆਖਿਆ, ਕੇਤੇ ਲੈ ਲੈ ਮੁੱਕਰ ਪਾਹੇ ਆਖਿਆ, ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ ਆਖਿਆ, ਗੁਰ ਪੀਰ ਹਾਮਾ ਤਾ ਭਰੇ ਜਾ ਮੁਰਦਾਰ ਨਾ ਖਾਏ। ਅਤੇ ਗੁਰੂ ਦੀ ਸਹੁੰ ਖਾ ਕੇ ਇਹਨੇ ਗੱਲ ਆਖੀ ਸੀ ਕਿ ਮੈਂ ਮੋੜ ਦਿਆਂਗਾ, ਪਰ ਮੋੜਿਆ ਨਹੀਂ ਇਹਨੇ। ਅਤੇ ਜਦੋਂ ਵਾਪਸ ਲੈਣ ਜਾਵੇ ਉਦੋਂ ਉਹਨੂੰ ਦੇਵੇ ਨਾ, ਅਤੇ ਉਹ ਜਿਹਨੇ ਅੱਗੇ ਨੂੰ ਚੀਜ਼ ਦਿੱਤੀ ਸੀ ਉਹ ਇੰਨਾ ਦੁਖੀ ਹੋ ਕੇ ਇੰਨੇ ਭੈੜੇ ਤਰੀਕੇ ਨਾਲ ਇਹਨੂੰ ਵਾਦੋਆਵਾਂ ਦਿੰਦਾ ਰਿਹਾ, ਪਤਾ ਨਹੀਂ ਵਿਚਾਰੇ ਨੇ ਕਿੱਥੋਂ ਲਿਆ ਕੇ ਇਹਨੂੰ ਚੀਜ਼ ਦਿੱਤੀ। ਇਸ ਲਈ ਸਾਧ ਸੰਗਤ ਦੁਨੀਆ ਬਹੁਤ ਇਸ ਤਰ੍ਹਾਂ ਦੀ ਆ, ਲੈਣ ਵੇਲੇ ਹੋਰ ਮੂੰਹ ਹੁੰਦੇ ਆ, ਦੇਣ ਵੇਲੇ ਹੋਰ ਮੂੰਹ ਹੁੰਦੇ ਆ। ਲੈਣ ਵੇਲੇ ਮਿੱਠੀਆਂ ਗੱਲਾਂ ਕਰਦੇ ਲੋਕ, ਦੇਣ ਵੇਲੇ ਕਹਿਣਗੇ ਦੇਖ ਲਿਆ ਮੈਂ ਤੈਨੂੰ, ਪਰਖ ਲਿਆ ਮੈਂ ਤੈਨੂੰ। ਦੇਣ ਵੇਲੇ ਇੱਦਾਂ ਦੇ ਹੁੰਦੇ, ਕਿਤੇ ਭੱਜੇ ਜਾਂਦੇ ਆ, ਕਿਤੇ ਮਰ ਗਏ ਤਾਂ ਨਹੀਂ, ਇੱਦਾਂ ਦੀਆਂ ਗੱਲਾਂ ਲੋਕ ਕਹਿ ਦਿੰਦੇ। ਇਸ ਲਈ ਉਹ ਦੁਕਾਨਾਂ ਦੇ ਉੱਤੇ ਲਿਖਿਆ ਹੁੰਦਾ ਵੀ ਲਾਰੇ ਨਾਲੋਂ ਜਵਾਬ ਚੰਗਾ। ਇਹ ਪੁਰਾਣੇ ਬੰਦਿਆਂ ਦੀਆਂ ਤਜਰਬੇ ਦੀਆਂ ਗੱਲਾਂ। ਤਾਂ ਮਹਾਰਾਜ ਗੁਰੂ ਕਲਗੀਧਰ ਮਹਾਰਾਜ ਨੇ ਉੱਥੇ ਆਖਿਆ, ਕਹਿੰਦੇ ਇਹਦਾ ਹੁਣ ਹਿਸਾਬ ਪਿਆ, ਉਹ ਉਧਾਰ ਕਰ ਰਹੇ ਆ ਇੱਥੇ। ਫਿਰ ਉਹ ਹਿਸਾਬ ਪੂਰਾ ਹੋਇਆ ਅਤੇ ਕਹਿੰਦੇ ਲਓ ਹੁਣ ਇਹਦਾ ਉਧਾਰ ਹੋਇਆ। ਖੱਗ ਧਨ ਪੰਛੀ ਧਨ, ਪਤਾ ਨਹੀਂ ਕਿੰਨੇ ਕੁ ਪੰਛੀਆਂ ਦਾ ਉਧਾਰ ਹੋ ਗਿਆ। ਅਗਰ ਪੁਰਾਣਕ ਹਵਾਲੇ ਵੇਖ ਲਓ, ਸ਼੍ਰੀ ਰਾਮ ਚੰਦਰ ਜੀ ਦਾ ਇਹਦੇ ਵਿੱਚ ਪੁਰਾਣਕ ਬੜੇ ਹਵਾਲੇ ਆ, ਮੈਂ ਗ੍ਰੰਥਾਂ ਵਿੱਚ ਪੜ੍ਹੇ ਆ। ਉਹ ਜਿਹੜਾ ਇੱਕ ਜਟਾਯੂ ਨਾਮ ਦਾ ਇੱਕ ਪਕਸ਼ੀ ਸੀ, ਜਦੋਂ ਰਾਮ ਸੀਤਾ ਜੀ ਨੂੰ ਚੁੱਕ ਕੇ ਲੈ ਕੇ ਗਿਆ ਰਾਵਣ, ਉਹਨੇ ਉਹਦਾ ਰਸਤੇ ਦੇ ਵਿੱਚ ਸਾਧ ਸੰਗਤ ਜੀ ਮੁਕਾਬਲਾ ਕੀਤਾ ਰਾਵਣ ਦਾ। ਰਾਵਣ ਨੇ ਫਿਰ ਅਗਨੀ ਬਾਣ ਦੇ ਨਾਲ, ਉਹ ਪੁਰਾਣਕ ਹਵਾਲੇ ਆ, ਹੁਣ ਆਪਾਂ ਬਦਲ ਥੋੜ੍ਹਾ ਸਕਦੇ ਕਿਸੇ ਦੇ, ਜਿਵੇਂ ਦੇ ਹੈ ਉਹਨਾਂ ਦੇ ਮੁਬਾਰਕ ਹੈ, ਸਾਨੂੰ ਕੀ ਹੱਕ ਹੈ। ਉੱਥੇ ਫਿਰ ਉਹਦੇ
ਅਗਨੀ ਬਾਣ ਦੇ ਨਾਲ ਉਹਦੇ ਖੰਭ ਸਾੜੇ ਅਤੇ ਉਹ ਥੱਲੇ ਡਿੱਗਿਆ। ਅਤੇ ਸ਼੍ਰੀ ਰਾਮ ਜੀ ਨੂੰ ਜਦੋਂ ਮਿਲਿਆ ਅਤੇ ਫਿਰ ਰਾਮ ਜੀ ਨੇ ਉਹਨੂੰ ਪੁੱਛਿਆ, ਉਹਨੇ ਦੱਸਿਆ ਕਿ ਮੈਂ ਰਾਵਣ ਦੇ ਨਾਲ ਜੰਗ ਕਰਦਾ ਕਰਦਾ ਇਸ ਤਰੀਕੇ ਦੇ ਨਾਲ ਜ਼ਖਮੀ ਹੋਇਆ ਅਤੇ ਉਹਦਾ ਥੋੜ੍ਹਾ ਜਿਹਾ ਰਹਿੰਦਾ ਸੀਗਾ ਸਮਾਂ, ਅਤੇ ਉਹਦਾ ਉਧਾਰ ਹੋਇਆ ਉੱਥੇ। ਫਿਰ ਚੰਗਾ ਕੰਮ ਕਰਦਿਆਂ ਕਰਦਿਆਂ, ਸ਼ੁਭ ਕਰਮ ਕਰਦਿਆਂ ਕਰਦਿਆਂ ਮੌਤ ਹੋਈ। ਪੰਛੀ ਤਨ ਸੀ ਪਰ ਉਧਾਰ ਹੋ ਗਿਆ। ਖਗ ਤਨ, ਮੀਨ ਤਨ, ਮੀਨ ਮਛਲੀ, ਮਛਲੀ ਦਾ ਤਨ ਪਾ ਕੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਪੁਰਾਤਨ ਜਨਮ ਸਾਖੀ ਪੜ੍ਹੋ। ਪੁਰਾਤਨ ਜਨਮ ਸਾਖੀ ਦੇ ਵਿੱਚ ਆਉਂਦਾ ਕਿ ਗੁਰੂ ਨਾਨਕ ਦੇਵ ਸਾਹਿਬ ਅਤੇ ਭਾਈ ਮਰਦਾਨਾ ਜੀ ਜਾ ਰਹੇ, ਅਤੇ ਇੱਕ ਮਗਰਮੱਛ ਜਾਣੀ ਉਹਨਾਂ ਨੂੰ ਸਮੁੰਦਰ ਦੇ ਵਿੱਚ ਮਹਾਰਾਜ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਨੂੰ ਮਿਲਿਆ, ਉਹਦਾ ਉਧਾਰ ਹੋਇਆ। ਭਾਈ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਇਹ ਬੜਾ ਅਦਭੁਤ ਮਗਰਮੱਛ ਹੈ। ਮੀਨ ਤਨ ਜਾਣੀ ਮਛਲੀ ਦਾ, ਮੱਛ ਦਾ ਤਨ ਕਿਵੇਂ? ਗੁਰੂ ਜੀ ਨੇ ਉੱਥੇ ਕਹਿੰਦੇ ਫਿਰ ਇਹਨੂੰ ਹੀ ਪੁੱਛ ਲਓ। ਉੱਥੇ ਫਿਰ ਉਹਨੇ ਦੱਸਿਆ ਕਿ ਮਹਾਰਾਜ ਮੈਂ ਪੁਰਾਣੇ ਸਮੇਂ ਵਿੱਚ ਰਾਜੇ ਜਨਕ ਦੇ ਟਾਈਮ ਤੋਂ ਸੀ, ਮੈਂ ਪਾਣੀ ਵਿੱਚ ਖੜ੍ਹ ਕੇ ਤਪ ਕਰਦਾ ਸੀ, ਅਤੇ ਰਾਜਾ ਜਨਕ ਮਹਾਤਮਾ ਸੀ, ਬ੍ਰਹਮ ਗਿਆਨੀ ਸੀ। ਉਹਨਾਂ ਨੇ ਇੱਕ ਦਿਨ ਮੈਨੂੰ ਇਹ ਗੱਲ ਆਖੀ ਕਿ ਬਹੁਤਾ ਤਪ ਕਰੀ ਜਾਂਦਾ, ਹੁਣ ਬਹੁਤ ਹੋ ਗਿਆ, ਜਿੰਨਾ ਹੋ ਗਿਆ ਸਤਸੰਗਤ ਕਰਿਆ ਕਰ। ਕਹਿੰਦਾ ਅੱਗੋਂ ਮੈਂ ਆਖਿਆ ਨਹੀਂ ਜੀ, ਮੈਨੂੰ ਹਜੇ ਹੋਰ ਕਰਨ ਦਿਓ। ਉਹਨੇ ਅੱਗੋਂ ਆਖਿਆ ਵੀ ਇਹ ਜਿਹਾ ਜਿਹੜਾ ਤਮੋਗੁਣੀ ਤਪ ਹੈ, ਪਾਣੀ 'ਚ ਖੜਨਾ ਕਈ ਵਾਰੀ ਪੁੱਠੀਆਂ ਜੂਨਾਂ 'ਚ ਪਾ ਦਿੰਦਾ, ਮਰਦਿਆਂ ਸੁਰਤ ਉੱਧਰ ਚਲੀ ਜਾਂਦੀ ਹੈ ਅਤੇ ਮੱਛ ਬਣਦਾ ਘੁੰਮੀ ਜਾਂਦਾ ਬੰਦਾ। ਕਹਿੰਦਾ ਮੈਂ ਫਿਰ ਉੱਥੇ ਆਖਿਆ ਤੁਹਾਡਾ ਬਚਨ, ਬ੍ਰਹਮ ਗਿਆਨੀ ਦਾ ਬਚਨ ਕਿਤੇ ਐਵੇਂ ਨਹੀਂ ਹੁੰਦਾ, ਹੁਣ ਕਿਰਪਾ ਕਰੋ ਦੱਸੋ। ਫਿਰ ਉਦੋਂ ਮਹਾਰਾਜ ਮੈਂ ਜਦੋਂ ਮਰਿਆ, ਮੱਛ ਦਾ ਤਨ ਪਾਇਆ, ਅਤੇ ਉਦੋਂ ਦਾ ਫਿਰ ਇੱਥੇ ਭਟਕ ਰਿਹਾ। ਗੁਰੂ ਜੀ ਤੁਹਾਡੇ ਚਰਨ ਮੇਰੇ ਸਰੀਰ ਨਾਲ ਛੋਹਣ ਦੇ ਨਾਲ ਮੇਰਾ ਉਧਾਰ ਹੋਇਆ ਹੈ। ਬੜੀਆਂ ਮੀਨ ਤਨ, ਮੀਨ ਦਾ ਉਧਾਰ, ਮਛਲੀ ਦਾ ਉਧਾਰ। ਜਾਂ ਕਿੰਨੇ ਕੁ ਮਸ਼ੋਦਰੀ ਅਤੇ ਆਦਿਕ ਮਛੰਦਰ ਨਾਥ ਦੀ ਮਾਤਾ ਦੇ ਰੂਪ ਦੇ ਵਿੱਚ ਪ੍ਰਗਟ ਹੋਈ। ਦੇਖੋ ਕਿੱਡਾ ਵੱਡਾ ਇੱਕ ਯੋਗੀ, ਇੱਕ ਮਹਾਤਮਾ ਦੇ ਨਾਲ ਉਹਦਾ ਨਾਮ ਜੁੜਨ ਕਰਕੇ ਕਿੱਡੀ ਵੱਡੀ ਉਹਦੀ ਮਹਾਨਤਾ ਬਣ ਗਈ। ਮਿਰਗ ਤਨ, ਮਹਾਰਾਜ ਕਹਿੰਦੇ ਮਿਰਗ ਦਾ ਤਨ ਪਾ ਕੇ ਵੀ ਕਿੰਨਿਆਂ ਦਾ ਉਧਾਰ ਹੈ। ਮਿਰਗ ਤਨ ਹੈ ਪਰ ਫਿਰ ਵੀ ਉਹਦਾ ਉਧਾਰ ਹੋਇਆ ਮਿਰਗ ਦਾ। ਜਿਸ ਤਰ੍ਹਾਂ ਜਿਹੜਾ ਸ਼ਰਵਣ ਮਿਰਗ ਬਣ ਕੇ ਘੁੰਮਦਾ ਸੀ, ਰਾਵਣ ਨੇ ਭੇਜਿਆ ਸੀ ਸੋਨੇ ਦਾ ਮਿਰਗ, ਉਹਦਾ ਉਧਾਰ ਕੀਤਾ। ਇੱਦਾਂ ਇੱਕ ਅੱਧੀ ਨਹੀਂ, ਬੜੇ ਇਸ ਤਰ੍ਹਾਂ ਦੇ ਉਧਾਰ। ਇਹ ਪੁਰਾਣਿਕ ਉਦਾਹਰਨਾਂ ਤਾਂ ਦਿੱਤੀਆਂ ਨੇ ਕਿ ਇਹ ਮਿਲਦੀਆਂ ਪੁਰਾਤਨ ਸਮੇਂ ਤੋਂ ਆਉਂਦੀਆਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ। ਕਹਿੰਦੇ ਨੇ ਬਰਾਹ ਤਨ, ਬਰਾਹ ਕਹਿੰਦੇ ਆ ਸਾਧ ਸੰਗਤ ਜੀ ਸੂਅਰ ਨੂੰ। ਮਿਰਗ ਦਾ ਉਧਾਰ ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਖਰਗੋਸ਼ ਦਾ ਉਧਾਰ। ਹਜ਼ੂਰ ਸਾਹਿਬ ਦੀ ਧਰਤੀ ਉੱਤੇ ਜਦੋਂ ਤੀਰ ਮਾਰਿਆ, ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਐਡਾ ਛੋਟਾ ਜਿਹਾ ਖਰਗੋਸ਼, ਉਹਦੇ ਵੱਲ ਤੀਰ ਮਾਰਿਆ। ਮਹਾਰਾਜ ਗੁਰੂ ਕਲਗੀਧਰ ਨੇ ਆਖਿਆ, ਕਹਿੰਦੇ ਇਹ ਹੁਣ ਖਰਗੋਸ਼ ਜੂਨੀ ਵਿੱਚ ਹੈ, ਪਰ ਪਹਿਲਾਂ ਇਹ ਕਦੇ ਮੂਲੇ ਨਾਂ ਦਾ ਖੱਤਰੀ ਸੀ। ਉੱਥੇ ਫਿਰ ਇਹ ਗੁਰੂ ਨਾਨਕ ਸਾਹਿਬ ਤੋਂ ਬੇਮੁਖ ਹੋਇਆ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਭਟਕਦਾ ਸੀ, ਹੁਣ ਇਹਦਾ ਉਧਾਰ ਕੀਤਾ। ਤਾਂ ਉਸ ਤਰੀਕੇ ਨਾਲ ਬਰਾਹ ਤਨ, ਬਰਾਹ ਸੂਰ ਦਾ ਮਹਾਰਾਜ ਕਹਿੰਦੇ ਸਾਧੂ ਸੰਗ ਉਧਾਰੇ, ਗੁਰਮੁਖਾਂ ਦੀ ਸੰਗਤ ਨਾਲ ਇਹਨਾਂ ਦਾ ਵੀ ਉਧਾਰ ਹੋ ਜਾਂਦਾ। ਨਾਮ ਜਪਣ ਵਾਲੇ ਦੇ ਅੰਦਰ ਐਸੀ ਸਮਰੱਥਾ, ਐਸੀ ਦੈਵੀ ਤਾਕਤ ਆ ਜਾਂਦੀ ਹੈ, ਦੈਵੀ ਗੁਣ ਆ ਜਾਂਦੇ ਹਨ ਕਿ ਸਾਧ ਸੰਗਤ ਜੀਓ ਇਸ ਤਰ੍ਹਾਂ ਦੇ ਪਸ਼ੂ ਪਕਸ਼ੀਆਂ ਦਾ ਵੀ ਉਧਾਰ ਕਰਦੇ। ਬਾਣੀ 'ਚ ਲਿਖਿਆ ਪਸ਼ੂ ਪ੍ਰੇਤ ਮੁਗਧ ਕੋ ਉਤਾਰੈ, ਪਾਹਨ ਪਾਰ ਉਤਾਰੈ। ਪੱਥਰਾਂ ਦਾ ਰਹਾਓ ਵਿਸ਼ਰਾਮ ਦੇ ਕੇ ਸਮਝਾ ਰਹੇ। ਹੁਣ ਅੱਗੇ ਕੀ ਕਹਿ ਰਹੇ? ਦੇਵ ਕੁਲ ਦੈਤ ਕੁਲ ਜਖ ਕਿੰਨਰ ਨਰ, ਸਾਗਰ ਉਤਰੇ ਪਾਰੇ। ਦੇਵ ਕੁਲ
ਦੇਵਤਿਆਂ ਦੀ ਕੁਲੀ, ਜਿਹੜੀਆਂ ਕੁਲਾਂ ਦੇਵਤਿਆਂ ਦੀਆਂ ਚੱਲੀਆਂ ਆਉਂਦੀਆਂ, ਉਹਨਾਂ ਦਾ ਕਿੰਨਿਆਂ ਦਾ ਹੀ ਉਧਾਰ ਹੋਇਆ ਦੇਵ ਕੁਲ ਵਿੱਚ। ਦੈਂਤ ਕੁਲ, ਦੈਂਤ ਕੁਲ ਵਿੱਚ ਸੀ ਪ੍ਰਹਿਲਾਦ, ਦੈਂਤ ਕੁਲ 'ਚੋਂ ਸੀ, ਹਰਨਾਕਸ਼ ਦਾ ਪੁੱਤਰ ਸੀ, ਪਰ ਹੋ ਗਿਆ ਉਧਾਰ। ਮਹਾਰਾਜ ਕਹਿੰਦੇ ਕਿੰਨੇ ਹੀ ਦੇਵਤਿਆਂ ਦੇ ਅੱਗੇ ਪੁੱਤਰ, ਕਿੰਨੇ ਹੀ ਦੈਂਤਾਂ ਦੀ ਕੁਲ 'ਚ ਜਨਮ ਲੈਣ ਵਾਲੇ ਜਖ, ਜਕਸ਼। ਜਖ ਕੌਣ ਹੁੰਦੇ ਆ? ਜਖ ਹੁੰਦੇ ਸਾਧ ਸੰਗਤ ਜੀ ਕੁਬੇਰ ਦੀ ਅੱਗੇ ਇਹ ਸੰਤਾਨ ਹੈ, ਇਹਨੂੰ ਜਖ ਕਹਿੰਦੇ ਆ। ਮਹਾਨ ਕੋਸ਼ ਜਦੋਂ ਪੜ੍ਹੋਗੇ ਫਿਰ ਉੱਥੇ ਪਤਾ ਲੱਗੇਗਾ ਤੁਹਾਨੂੰ ਇਹਦੇ ਬਾਰੇ। ਕਿੰਨਰ, ਕਿੰਨਰ, ਕਿੰਨਰ ਬਾਰੇ ਜਦੋਂ ਕਿੰਨਰ ਪੜ੍ਹਦੇ ਹਾਂ, ਕਿੰਨਰ ਬਾਰੇ ਉਹ ਮਿਲਦਾ ਵੀ ਗ੍ਰੰਥਾਂ 'ਚ ਮਿਲਦਾ, ਮਹਾਨ ਕੋਸ਼ 'ਚ ਕੱਢ ਲਿਓ ਤੁਸੀਂ ਕਿੰਨਰ। ਮੈਂ ਤਾਂ ਕਈ ਕਿਤਾਬਾਂ ਦੇ ਨਾਮ ਮੈਂ ਤਾਂ ਦੱਸਦਾ ਹੁੰਦਾ, ਕਿਉਂਕਿ ਥੋੜ੍ਹਾ ਜਿਹਾ ਕਈ ਵਾਰੀ ਬੰਦੇ ਦੇ ਮਨ 'ਚ ਨਾ ਜਗਿਆਸੂ ਦੇ ਸ਼ੰਕਾ ਆ ਜਾਂਦਾ ਵੀ ਇਹ ਗੱਲ ਕਿੱਥੋਂ ਕਹੀ ਹੈ ਇਹਨਾਂ ਨੇ, ਕਿਤੇ ਉੱਦਾਂ ਤਾਂ ਨਹੀਂ ਕਹਿ ਦਿੱਤੀ। ਵੈਸੇ ਯਤਨ ਕਰੀਦਾ ਕਿ ਉੱਦਾਂ ਨਾ ਕਹੀ ਜਾਏ, ਪਰ ਫਿਰ ਵੀ ਜਦੋਂ ਕਿਸੇ ਗ੍ਰੰਥ ਦਾ ਹਵਾਲਾ ਮਿਲ ਜਾਂਦਾ ਫਿਰ ਬੰਦਾ ਖੋਜੀ ਹੋਵੇ ਤੇ ਕੱਢ ਕੇ ਦੇਖ ਵੀ ਲੈਂਦਾ ਵੀ ਹਾਂ ਬਈ ਆਹ ਗੱਲ ਇੱਥੇ ਲਿਖੀ ਹੈ, ਠੀਕ ਹੈ। ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਵਿਦਵਾਨ, ਕਿੰਨਰ ਬਾਰੇ ਉਹ ਲਿਖਦੇ ਆ ਵੀ ਕਿੰਨਰ ਬਾਰੇ ਜੋ ਪੁਰਾਤਨ ਹਵਾਲੇ ਮਿਲਦੇ ਆ ਇੱਦਾਂ ਦਾ ਕਿ ਉਹਦਾ ਜਿਹੜਾ ਮੂੰਹ ਹੁੰਦਾ ਉਹ ਬੰਦੇ ਵਾਲਾ, ਸਰੀਰ ਘੋੜੇ ਵਾਲਾ। ਇਹ ਜਿਹੜੇ ਇਸਲਾਮ ਵਾਲੇ ਕਿੰਨਰ ਨੂੰ ਇਉਂ ਮੰਨਦੇ ਆ, ਹਿੰਦੂ ਮਤ ਦੇ ਜਿਹੜੇ ਕਿੰਨਰ ਆ ਉਹ ਇਉਂ ਮੰਨਦੇ ਆ ਵੀ ਮੂੰਹ ਘੋੜੇ ਵਾਲਾ, ਸਰੀਰ ਪਿੱਛੋਂ ਬੰਦੇ ਵਾਲਾ, ਇੱਦਾਂ ਕਿੰਨਰ ਇਹ ਹੈ। ਅਤੇ ਜਦੋਂ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਦੈਂਤਾਂ ਦੀਆਂ ਕੁਲੀਆਂ, ਦੇਵਤਿਆਂ ਦੀਆਂ ਕੁਲਾਂ 'ਚ ਜਨਮ ਲੈਣ ਵਾਲੇ ਯਕਸ਼, ਕੁਬੇਰ ਇਤਿਆਦਿਕ ਦੀ ਔਲਾਦ, ਦੇਵਤਿਆਂ ਦਾ ਜੋ ਸਾਧ ਸੰਗਤ ਜੀ ਧਨ ਕਹਿ ਲਓ ਕਿ ਖਜ਼ਾਨਚੀ ਹੈ ਕੁਬੇਰ, ਅਤੇ ਕਿੰਨਰ ਨਰ, ਨਰ ਤੇ ਸਾਨੂੰ ਪਤਾ ਹੀ ਹੈ ਬੰਦੇ। ਮਹਾਰਾਜ ਕਹਿੰਦੇ ਸਾਗਰ ਉਤਰੇ ਪਾਰੇ, ਇਹ ਸਾਰੇ ਨਾਮ ਦੀ ਬਰਕਤ ਨਾਲ ਇਹਨਾਂ ਦਾ ਉਧਾਰ ਹੋਇਆ। ਯਕਸ਼ ਅਤੇ ਕਿੰਨਰਾਂ ਬਾਰੇ ਅਗਰ ਪੜ੍ਹਨਾ ਹੋਵੇ ਤਾਂ ਸੌ ਸਾਖੀ ਦੇ ਵਿੱਚ, ਦਸ਼ਮੇਸ਼ ਪਿਤਾ ਜੀ ਦੀ ਸੌ ਸਾਖੀ ਦੇ ਵਿੱਚ ਇਹਨਾਂ ਦਾ ਆਪਸੀ ਸੰਵਾਦ ਆਉਂਦਾ ਗੁਰੂ ਕਲਗੀਧਰ ਮਹਾਰਾਜ ਜੀ ਦੇ ਸਮੇਂ। ਜਦੋਂ ਗੁਰੂ ਕਲਗੀਧਰ ਮਹਾਰਾਜ ਜੀ ਇੱਧਰ ਨੂੰ ਗਏ ਆ ਪਹਾੜਾਂ ਵੱਲ ਨੂੰ, ਕਪਾਲ ਮੋਚਨ ਜਿਹਨੂੰ ਕਹਿੰਦੇ ਆ, ਇੱਧਰ ਨੂੰ ਜਦੋਂ ਗਏ ਨਾ ਉੱਤੇ ਨੂੰ, ਉੱਥੇ ਫਿਰ ਯਕਸ਼ ਅਤੇ ਕਿੰਨਰ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਮਿਲੇ ਆ। ਉੱਥੇ ਫਿਰ ਇਹ ਪੁਰਾਤਨ ਸੌ ਸਾਖੀ 'ਚ ਇਹਨਾਂ ਦਾ ਸੰਵਾਦ ਆਉਂਦਾ, ਸ਼੍ਰੀ ਗੁਰਪ੍ਰਤਾਪ ਵਿੱਚ ਵੀ ਆਉਂਦਾ। ਫਿਰ ਉਹ ਖਾਲਸੇ ਰਾਜ ਦੇ ਵਿੱਚ ਆਪਣੀ ਸੇਵਾ ਦੀ ਗੱਲ ਉਹਨਾਂ ਦੀ ਪੂਰੀ ਆਉਂਦੀ ਆ। ਉਹ ਇੱਕ ਗੱਲ, ਇੱਕ ਵੱਖਰਾ ਕਨਸੈਪਟ ਹੈ। ਉੱਦਾਂ ਮੈਂ ਇਹ ਦੱਸੀ ਹੈ ਵੀ ਇਹਨਾਂ ਦਾ ਵੀ ਉਧਾਰ ਕਿੰਨਰ, ਨਰ, ਨਰ ਤੇ ਇਨਸਾਨ ਅਸੀਂ। ਮਹਾਰਾਜ ਕਹਿੰਦੇ ਸਾਗਰ ਉਤਰੇ ਪਾਰੇ, ਕਹਿੰਦੇ ਸਾਗਰ ਤੋਂ, ਸੰਸਾਰ ਸਾਗਰ ਤੋਂ ਪਾਰ ਕਰ ਦਿੱਤੇ। ਪਰਮਾਤਮਾ ਦੇ ਨਾਮ ਦੀ ਬਰਕਤ ਹੈ, ਇਉਂ ਨਹੀਂ ਕਹਿ ਸਕਦੇ ਕਿ ਇਕੱਲੇ ਬੰਦਿਆਂ ਦਾ ਹੀ ਉਧਾਰ ਹੋਇਆ। ਮਹਾਰਾਜ ਕਹਿੰਦੇ ਸਭ ਦਾ, ਜਿਹੜਾ ਵੀ ਗੁਰੂ ਦੇ ਲੜ ਲੱਗਿਆ, ਜਿਹਨੇ ਵੀ ਨਾਮ ਜਪ ਲਿਆ ਜਾਂ ਨਾਮ ਜਪਣ ਵਾਲੇ ਦੀ ਸੰਗਤ ਕਰ ਲਈ, ਉਹ ਪਾਰ ਕਰ ਦਿੱਤੇ। ਜੋ ਜੋ ਭਜਨ ਕਰੈ ਸਾਧੂ ਸੰਗ, ਤਾਂ ਕਿ ਦੁੱਖ ਬਿਦਾਰੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿ ਰਹੇ ਹੈ, ਜੋ ਜੋ ਭਜਨ ਕਰੈ ਸਾਧੂ ਸੰਗ, ਜਿਹੜਾ ਵੀ ਕੋਈ ਗੁਰਮੁਖ ਭਜਨ ਕਰੇ, ਸਾਧੂ ਦੀ ਸੰਗਤ ਕਰੇ, ਜਾਂ ਤੇ ਸਿਮਰਨ ਕਰ ਲਵੇ, ਆਪ ਸਾਧੂ ਬਣ ਜਾਂਦਾ। ਜੇ ਨਹੀਂ ਸਿਮਰਨ ਕਰ ਹੁੰਦਾ, ਹੁਣ ਪੱਥਰ ਨੂੰ ਕਿਹੜਾ ਕਹੂਗਾ ਵੀ ਸਿਮਰਨ ਕਰ ਲੈ, ਮੱਛੀ ਨੂੰ ਕਿਹੜਾ ਕਹੇਗਾ ਸਿਮਰਨ ਕਰ ਲੈ, ਕਿੱਥੇ ਕਰ ਲੈਣਾ ਉਹਨੇ। ਫਿਰ ਉਹਦਾ ਉਧਾਰ ਦਾ ਕਾਰਨ ਫਿਰ ਸਾਧੂ ਸੰਗ ਹੈ, ਕਿਉਂਕਿ ਬਾਣੀ ਨੇ ਮੋਹਰ ਲਾ ਦਿੱਤੀ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧੂ ਦੀ ਸੰਗਤ ਦੇ ਵਿੱਚ ਘਾਲਣਾ ਦੀ ਵੀ ਬਹੁਤੀ ਲੋੜ ਨਹੀਂ ਪੈਂਦੀ, ਉਹਨਾਂ ਦੇ ਦਰਸ਼ਨ ਮਾਤਰ ਦੇ ਨਾਲ ਉਧਾਰ ਹੋ ਜਾਂਦਾ ਹੈ। ਇਹ ਤੇ ਅੱਜ ਦੇ ਸਿੱਖ ਦਾ ਤਾਂ ਨਿਸ਼ਚੈ ਹੀ ਡੁਲਾ ਰੱਖਿਆ ਇਹਨਾਂ ਨੇ, ਥਰ ਹਰ ਕੰਪੈ ਬਾਲਾ ਜੀਓ, ਇਉਂ ਪੱਤੇ ਵਾਂਗੂ ਹਿੱਲਦਾ। ਉਹਨਾਂ ਨੂੰ ਇਹ ਦਿਮਾਗ 'ਚ ਵਾੜੀ ਜਾਂਦੇ ਵੀ ਗੁਰੂ ਦੇ ਦਰਸ਼ਨਾਂ ਦਾ ਹੀ ਫਾਇਦਾ ਨਹੀਂ ਕੋਈ, ਕਰ ਲਓ ਇਹਨਾਂ ਦਾ ਕੀ ਕਰੋਗੇ ਤੁਸੀਂ। ਸਿੱਖ ਦੇ ਮਨ 'ਚ ਇਹ ਗੱਲ ਪਾਈ ਜਾ ਰਹੀ। ਪਾ ਕੌਣ ਰਿਹਾ? ਅੱਜ ਦਾ ਪ੍ਰਚਾਰਕ, ਜਿਨ੍ਹਾਂ ਨੂੰ ਤੁਸੀਂ ਜੇਬ 'ਚੋਂ ਪੈਸੇ ਦਿੰਦੇ, ਮਾਣ ਸਨਮਾਨ ਦਿੰਦੇ, ਜਿਨ੍ਹਾਂ ਦਾ ਤੁਸੀਂ
ਸਤਿਕਾਰ ਕਰਦੇ, ਉਹ ਤੁਹਾਡੇ ਦਿਮਾਗ 'ਚ ਇਹ ਗੱਲ ਪਾ ਰਿਹਾ ਹੈ ਵੀ ਗੁਰੂ ਆਮ ਇਨਸਾਨ ਹੈ, ਗੁਰੂ ਦੇ ਦਰਸ਼ਨਾਂ ਦਾ ਫਾਇਦਾ ਕੋਈ ਨਹੀਂ, ਗੁਰੂ 'ਚ ਤਾਕਤ ਕੋਈ ਨਹੀਂ। ਗੁਰੂ ਨਾਨਕ ਸਾਹਿਬ ਦਾ ਨਾਮ ਲੈਣ ਲੱਗਿਆ ਉਹ ਗੁਰੂ ਸ਼ਬਦ ਵੀ ਲਾਉਣਾ ਪਸੰਦ ਨਹੀਂ ਕਰਦਾ, ਉਹ ਨਾਨਕ ਕਹੂਗਾ ਸਿੱਧਾ। ਤੇ ਆਪਦੇ ਨਾਮ ਦੇ ਅੱਗੇ ਉਹ ਪਦਵੀਆਂ ਲਾਈ ਜਾਊ ਜਿਨ੍ਹਾਂ ਦੇ ਕੋਲ ਦੀ ਵੀ ਨਹੀਂ ਲੰਘਿਆ। ਆਪ ਤੇ ਬਣ ਗਿਆ ਭਾਈ, ਤੁਹਾਡਾ ਨੇੜੇ ਰਿਸ਼ਤਾ ਰੱਖ ਲਿਆ ਤੁਹਾਡਾ। ਗੁਰੂ ਨਾਨਕ ਦੇ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ, ਗੁਰੂ ਨਾਨਕ ਬਗਾਨਾ ਕਰਤਾ, ਗੁਰੂ ਵੀ ਨਹੀਂ ਤੁਹਾਡਾ ਕਹਾਣ ਦਾ ਹੱਕਦਾਰ। ਦੇਖੋ, ਆਪ ਤੇ ਬਣ ਗਿਆ ਸੰਤ, ਆਪ ਤੇ ਬਣ ਗਿਆ ਤੁਹਾਡਾ ਬਾਬਾ, ਆਪ ਤੇ ਬਣ ਗਿਆ ਗਿਆਨੀ। ਭਾਈ ਨੇੜੇ ਹੋ ਗਿਆ ਨਾ, ਭਾਈ ਕਿੰਨੇ ਨੇੜਾ, ਵਧੀਆ ਰਿਸ਼ਤਾ ਹੈ ਸਾਡਾ ਆਪਸੀ। ਤੇ ਗੁਰੂ ਨਾਨਕ ਤੁਹਾਡਾ ਗੁਰੂ ਵੀ ਨਹੀਂ, ਉਹਨੂੰ ਗੁਰੂ ਵੀ ਨਹੀਂ ਕਹਿਣਾ। ਫਿਰ ਕੀ ਕਰੋਗੇ ਇਹ ਜਾਂਦਾ? ਪਰ ਗੁਰਬਾਣੀ ਕੱਢਦੀ ਹੈ ਇਹ ਜਿਹੜੇ ਦਿਮਾਗ 'ਚ ਪਏ ਹੁੰਦੇ ਨਾ ਇੱਦਾਂ ਦੇ ਸ਼ੰਕੇ, ਉਹਨਾਂ ਬਾਣੀ ਪੜ੍ਹਿਆ ਕਰੋ। ਮੈਂ ਤੇ ਕਹਿਣਾ ਗੁਰੂ ਮਹਾਰਾਜ ਦੀ ਬਾਣੀ ਕਹਿੰਦੇ ਸਾਧੂ ਸੰਗ ਉਧਾਰੇ। ਸਾਧੂ ਦੀ ਗੱਲ ਹੈ, ਗੁਰੂ ਤੇ ਉਹ ਤਾਕਤ ਹੈ ਜਿਹੜਾ ਇੱਕ ਨਜ਼ਰ ਦੇ ਨਾਲ ਲੱਖਾਂ ਸਾਧੂ ਪੈਦਾ ਕਰ ਸਕਦਾ। ਗੁਰੂ ਦੇ ਵਿੱਚ ਉਹ ਤਾਕਤ ਰੱਖੀ ਹੈ। ਜੇ ਗੁਰੂ ਨੂੰ ਵੀ ਸਾਧੂ ਮੰਨ ਲਈਏ ਤਾਂ ਵੀ ਪ੍ਰੋਫੈਸਰ ਸਾਹਿਬ ਸਿੰਘ ਨੇ ਇੱਥੇ ਅਰਥ ਕੀਤੇ ਵੀ ਗੁਰੂ ਸਾਧੂ ਦੀ ਸੰਗਤ ਦੇ ਨਾਲ। ਚਲੋ ਇਹੀ ਮੰਨ ਲਓ ਵੀ ਗੁਰੂ ਸਾਧੂ ਦੀ ਸੰਗਤ ਦੇ ਨਾਲ ਇਹਨਾਂ ਦਾ ਵੀ ਉਧਾਰ ਹੋ ਗਿਆ ਜਿਨ੍ਹਾਂ ਦੀ ਗੱਲ ਆਪਾਂ ਕਰ ਰਹੇ ਹਾਂ। ਪਰ ਅਸਰ ਤਾਂ ਹੈ ਨਾ ਸੰਗਤ ਦਾ। ਰਹਾਓ ਤੋਂ ਬਾਅਦ ਇਹ ਪੰਕਤੀ ਆਈ ਹੈ, ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ ਅਗਲੀ ਪੰਕਤੀ 'ਚ ਕੀ ਕਹਿੰਦੇ, ਜੋ ਜੋ ਭਜਨ ਕਰੈ ਸਾਧੂ ਸੰਗ ਤਾਂ ਕੇ ਦੁਖ ਵਿਦਾਰੇ। ਜਿਹੜਾ ਕੋਈ ਭਜਨ ਕਰ ਲਏ ਜਾਂ ਸਾਧੂ ਦੀ ਸੰਗਤ ਕਰ ਲਏ, ਉਹਨਾਂ ਦੇ ਦੁੱਖ ਕੱਟ ਦਿੱਤੇ, ਵਿਦਾਰੇ ਜਾਣੀ ਨਾਸ਼ ਕਰ ਦਿੱਤੇ। ਕਾਮ ਕ੍ਰੋਧ ਮਹਾ ਵਿਖਿਆ ਰਸ ਇਨ ਤੇ ਭਏ ਨਿਰਾਰੇ। ਮਹਾਰਾਜ ਕਹਿੰਦੇ ਕਾਮ ਕ੍ਰੋਧ ਮਹਾ ਵਿਖਿਆ ਰਸ, ਇਹ ਵਿਸ਼ਿਆਂ ਦਾ ਰਸ ਵੱਡਾ ਰਸ ਬਣਿਆ ਪਿਆ ਸੀ ਬੰਦੇ ਦੇ ਲਈ। ਕਾਮ ਦਾ ਰਸ, ਵਿਸ਼ਿਆਂ ਦਾ ਰਸ, ਜਿਹਨੂੰ ਇਹ ਮਹਾਨ ਰਸ ਸਮਝਦਾ ਸੀ, ਮਹਾਰਾਜ ਕਹਿੰਦੇ ਇਨ ਤੇ ਪਏ ਨਿਰਾਰੇ। ਹੁਣ ਇਹਨਾਂ ਨੂੰ ਸੂਝੀ ਆ ਗਈ, ਇਹਨਾਂ ਰਸਾਂ ਤੋਂ ਵੱਖਰੇ ਹੋਣ ਲੱਗ ਪਏ ਵੀ ਨਹੀਂ, ਕਾਮ ਰਸ ਨਹੀਂ, ਕ੍ਰੋਧ ਰਸ ਨਹੀਂ, ਲੋਭ ਰਸ ਨਹੀਂ, ਭਾਈ ਬਸ ਬਹੁਤ ਭੋਗ ਲਏ, ਨਹੀਂ ਇਹਨਾਂ 'ਚ ਰਸ ਹੈ ਨਹੀਂ ਇਹ ਰਸ। ਹੁਣ ਤੇ ਨਾਮ ਰਸ ਵਿਖੈ ਬਨ ਫੀਕਾ, ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਹੁਣ ਤੇ ਬਾਣੀ ਪੜ੍ਹਿਆ ਕਰਾਂਗੇ ਬਈ, ਹੁਣ ਤੇ ਸਿਮਰਨ ਕਰਿਆ ਕਰਾਂਗੇ ਬਈ, ਹੁਣ ਨਹੀਂ ਇਹਨਾਂ ਰਸਾਂ 'ਚ ਨਹੀਂ। ਇਹ ਹੁਣ ਵਾਲਾ ਸਿੱਖ ਕਹਿੰਦਾ ਆਜ਼ਾਦੀ ਹੋਣੀ ਚਾਹੀਦੀ ਹੈ ਸਾਨੂੰ, ਅਸੀਂ ਜੋ ਜਿੱਥੇ ਮਰਜ਼ੀ ਕਾਮ ਭੋਗੀਏ, ਜੋ ਮਰਜ਼ੀ ਬੋਲੀ ਜਾਈਏ। ਹੁਣ ਇਹ ਕਹਿੰਦਾ ਸਾਨੂੰ ਇੰਨਾ ਹੱਕ ਦਿਓ, ਡੈਮੋਕਰੇਸੀ ਹੈ, ਡੈਮੋਕਰੇਸੀ ਦੀ ਡੁਗਡੁਗੀ ਵਜਾਉਣ ਵਾਲਾ। ਪਰ ਮਹਾਰਾਜ ਕਹਿੰਦੇ ਨਹੀਂ, ਇਹ ਵਿਖਿਆਂ ਦੇ ਇਹ ਵਿਸ਼ੇ ਨਹੀਂ, ਜ਼ਹਿਰ ਹੈ ਇਹ, ਵਿਖ ਹੈ ਇਹ। ਤੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਮਹਾ ਵਿਖਿਆ ਰਸ ਇਨ ਤੇ ਪਏ ਨਿਰਾਰੇ। ਗੁਰਮੁਖ ਹੈ ਜਿਹੜੇ, ਇਹਨਾਂ ਤੋਂ ਨਿਰਾਲੇ ਹੋ ਗਏ, ਵੱਖਰੇ ਹੋ ਗਏ ਨੇ, ਛੱਡ ਦਿੱਤੇ ਉਹਨਾਂ ਨੇ ਇਹ ਰਸ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ, ਨਿਜ ਨਾਰੀ ਕੈ ਸੰਗ ਨਿਹੋ ਤੁਮ ਨਿਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨਾ ਹੀ ਨਾ ਜਈਓ। ਮਹਾਰਾਜ ਜੀ ਦੇ ਬਚਨ ਹੈ ਦਸ਼ਮੇਸ਼ ਪਿਤਾ ਜੀ ਦੇ। ਤੇ ਕੀ ਕਹਿੰਦੇ, ਦੀਨ ਦਿਆਲ ਜਪੈ ਕਰੁਣਾ ਮੈਂ, ਨਾਨਕ ਸਦ ਬਲਿਹਾਰੇ। ਆਖਰੀ ਪੰਕਤੀ 'ਚ ਕਹਿੰਦੇ ਨੇ ਦੀਨ ਦਿਆਲ, ਗਰੀਬਾਂ ਤੇ ਦਇਆ ਕਰਨ ਵਾਲਾ ਵਾਹਿਗੁਰੂ। ਜਪੈ ਕਰੁਣਾ ਮੈਂ, ਜੋ ਕਰੁਣਾ ਮੈਂ ਕਹਿੰਦੇ ਸਰੂਪ ਦਇਆ ਦਾ ਸਰੂਪ ਹੈ, ਦਿਆਲੂ ਹੈ। ਤੇ ਜਿਹੜਾ ਵੀ ਗੁਰਮੁਖ ਕੋਈ ਜਪਦਾ ਹੈ ਨਾ, ਉਸਨੂੰ ਦਿਆਲੂ ਵਾਹਿਗੁਰੂ ਨੂੰ, ਗਰੀਬਾਂ ਤੇ ਦਇਆ ਕਰਨ ਵਾਲੇ ਨੂੰ, ਦਇਆ ਦਾ ਹੀ ਰੂਪ ਹੈ ਜੋ। ਕਹਿੰਦੇ ਨਾਨਕ ਸਦ ਬਲਿਹਾਰੇ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਐਸੇ ਗੁਰਮੁਖ ਤੋਂ ਹਮੇਸ਼ਾ ਹੀ ਸਦਾ ਹੀ ਬਲਿਹਾਰੇ ਜਾਂਦਾ ਜਿਹੜਾ ਉਸ ਵਾਹਿਗੁਰੂ ਦਾ ਸਿਮਰਨ ਕਰਦਾ। ਕਿਉਂ? ਹਰ ਕੈ ਭਜਨ ਕੌਣ ਕੌਣ ਨਾ ਤਾਰੇ। ਭਜਨ ਦੀ ਤਾਕਤ ਹੈ, ਕਿਹੜਾ ਕਿਹੜਾ ਨਹੀਂ ਤਰਿਆ। ਉਹ ਨਾਮ ਜਪਣ ਵਾਲੇ ਦੀ ਤੇ ਸੰਗਤ ਨਾਲ ਪਸ਼ੂ ਵੀ, ਪੰਛੀ ਵੀ, ਮੱਛੀਆਂ ਵੀ, ਦੇਵਤੇ ਵੀ, ਕਿੰਨਰ ਵੀ, ਦੈਂਤ ਵੀ, ਇਨਸਾਨ ਵੀ, ਸਾਰਿਆਂ ਦਾ ਉਧਾਰ ਹੋ ਗਿਆ ਸਾਧ ਸੰਗਤ। ਇਹ ਗੁਰਮੁਖਾਂ ਨੇ ਨਾਮ ਦੀ ਬਰਕਤ ਨਾਲ ਐਡੀਆਂ ਐਡੀਆਂ ਬਖਸ਼ਿਸ਼ਾਂ ਲਈਆਂ। ਤੇ ਨਾਮ ਦੀ ਅਤੇ ਨਾਮ ਜਪਣ ਵਾਲਿਆਂ ਦੀ ਗੁਰੂ ਜੀ ਕਹਿੰਦੇ ਵਡਿਆਈ ਹੈ।
ਉਹਨਾਂ ਤੋਂ ਹਮੇਸ਼ਾ ਬਲਿਹਾਰੇ ਜਾਈਏ। ਆਪਾਂ ਵੀ ਯਤਨ ਕਰੀਏ, ਭਜਨ ਸਿਮਰਨ ਨਾਲ ਜੁੜੀਏ, ਜਿਹਦੀ ਬਰਕਤ ਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ ਹੁੰਦੇ ਹਨ। ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸਾਧ ਸੰਗਤ ਦਾ ਧੰਨਵਾਦ ਜੀ। ਕਾਮ ਕ੍ਰੋਧ ਮਹਾ ਬਿਖਿਆਰਸ, ਇਨ ਤੇ ਭਏ ਨਿਰਾਰੇ। ਦੀਨ ਦਇਆਲ ਜਪਹਿ ਕਰੁਣਾ ਮੈਂ, ਨਾਨਕ ਸਦ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।